ਵਾਹਿਗੁਰੂ 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 ਵਾਹਿਗੁਰੂ। ਗੁਰੂ ਨਾਨਕ ਪਗ ਪੰਕਜ ਬੰਦਨ ਪੰਕਜ ਬੰਦਨ ਸਿਮਰੋ ਅੰਗਦ ਦੁਖ ਨਿਕੰਦਨ ਗੁਰ ਅਮਰਦਾਸ ਹਿਰਦੈ ਨਿਤ ਧਿਆਉ ਰਾਮ ਦਾਸ ਗੁਰੂ ਗੁਣ ਗਾਉ ਗੁਰ ਅਰਜਨ ਬਿਗਨਨ ਕੇ ਨਾਸ਼ਕ ਗੁਰ ਹਰਿ ਗੋਬਿੰਦ ਸ਼ੁਭ ਮਤ ਪ੍ਰਕਾਸ਼ਕ ਸ਼੍ਰੀ ਹਰਿ ਰਾਏ ਨਮੋ ਕਾ ਸ਼੍ਰੀ ਹਰਿ ਕ੍ਰਿਸ਼ਨ ਨਾਮ ਬਹੋਰੀ ਤੇਗ ਬਹਾਦਰ ਪਰਮ ਕਿਰਪਾਲਾ ਸ਼੍ਰੀ ਗੁਰੂ ਗੋਬਿੰਦ ਸਿੰਘ ਵਿਸਾਲਾ ਧਰੋਂ ਧਰ ਪੁਨ ਸੀਸਾ ਜੀ ਪੁਨ ਸੀਸਾ ਬੰਦੋਂ ਬਾਰ ਵਾਰ ਜਗਦੀਸਾ ਜਾ ਮੈਂ ਅੰਮ੍ਰਿਤ ਗਿਆਨ ਹੈ ਮਾਣਕ ਭਗਤ ਬੈਰਾਗ ਸ਼੍ਰੀ ਗੁਰੂ ਗ੍ਰੰਥ ਸਾਹਿਬ ਉਦਦ ਬੰਧੋਂ ਕਰ ਅਨੁਰਾਗ ਮੇਰ ਕਰਹੁ ਤ੍ਰਿਣ ਤੇ ਮੋਹਿ ਜਾਹੇ ਗਰੀਬ ਨਿਵਾਜ ਨਾ ਦੂਸਰ ਤੋਸੋ ਭੂਲ ਸ਼ਿਮੋ ਹਮਰੀ ਪ੍ਰਭ ਆਪਣ ਭੁੱਲਣ ਹਾਰ ਕਹਾਂ ਕਉ ਮੋਸੋ ਕਹਾਂ ਬੁੱਧ ਪ੍ਰਭ ਤੁਸ਼ ਹਮਾਰੀ ਬਰਨ ਸਕੈ ਮਹਿਮਾ ਜੋ ਤਿਹਾਰੀ ਹਮ ਨਾ ਸਕਤ ਕਰ ਸਿਫਤ ਤੁਮਾਰੀ ਆਪ ਲਿਹੋ ਤੁਮ ਕਥਾ ਸਦਾ ਏਕ ਓੰਕਾਰ ਸਤਿਗੁਰੂ ਤਿਹ ਪ੍ਰਸਾਦ ਸਚ ਹੋਏ। ਵਾਹਿਗੁਰੂ ਜੀ ਕੀ ਫਤਿਹ। ਬਿਗਨ ਬਿਨ ਵਾਹਿਗੁਰੂ ਜੀ ਕੀ
ਫਤਿਹ। ਬਿਗਨ ਬਿਨਾਸਨ ਸੋਏ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਜੀਤੋ ਕੀ ਬਹੁ ਬਲਾਖਾ, ਗੁਰਪਤ ਬਿਖੈ ਭਾਵ ਨਿਤ ਰਾਖਾ। ਮਾਨੈ ਸਦਾ ਜਥਾ ਪ੍ਰਭ ਕਹੈ, ਤਿਮ ਸੇਵਤ ਸਤ ਸੰਗਤ ਰਹੈ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਪਵਿੱਤਰ ਹਜ਼ੂਰੀ ਅੰਦਰ ਧੰਨ ਬਾਬਾ ਜ਼ੋਰਾਵਰ ਸਿੰਘ ਜੀ, ਧੰਨ ਬਾਬਾ ਫਤਿਹ ਸਿੰਘ ਜੀ, ਧੰਨ ਮਾਤ ਗੁਜਰ ਕੌਰ ਜੀ ਦੇ ਮਹਾਨ ਸ਼ਹੀਦੀ ਅਸਥਾਨ 'ਤੇ ਅਦਬ ਪਿਆਰ ਵਿੱਚ ਸਜੀ ਸਾਧ ਸੰਗਤ, ਗੁਰੂ ਪਾਤਸ਼ਾਹ ਜੀ ਦੀ ਬਖਸ਼ਿਸ਼ ਦੇ ਨਾਲ ਧੰਨ ਗੁਰੂ ਗੋਬਿੰਦ ਸਿੰਘ ਹਜ਼ੂਰ ਦੀ ਪਵਿੱਤਰ ਜੀਵਨ ਕਥਾ ਇਤਿਹਾਸ ਦੀ ਲੜੀ ਵਿੱਚ ਆਪ ਜੀ ਸੁਣ ਰਹੇ ਹੋ। ਸਾਧ ਸੰਗਤ, ਸ਼੍ਰੀ ਅਨੰਦਪੁਰ ਸਾਹਿਬ ਸਿੱਖਾਂ ਵਾਸਤੇ ਘਰ ਵੀ ਹੈ, ਸਿੱਖਾਂ ਵਾਸਤੇ ਜੀਵਨ ਦਾਨ ਦਾ ਕੇਂਦਰ ਵੀ ਹੈ, ਸਿੱਖਾਂ ਵਾਸਤੇ ਗਿਆਨ ਦਾ, ਵਿੱਦਿਆ ਦਾ ਕੇਂਦਰ ਵੀ ਹੈ, ਰੂਹਾਨੀਅਤਾਂ ਦਾ ਕੇਂਦਰ ਵੀ ਹੈ। ਮਹਾਰਾਜ ਨੇ ਹਰ ਪੱਖ ਤੋਂ ਖਾਲਸਾ ਪੰਥ ਨੂੰ ਨਿਪੁੰਨ ਕੀਤਾ, ਸ਼੍ਰੀ ਅਨੰਦਪੁਰ ਸਾਹਿਬ, ਹਰ ਪੱਖ ਤੋਂ, ਔਰ ਸਾਰਾ ਕੁਝ ਆਪਣਾ ਖਾਲਸਾ ਪੰਥ ਦੀ ਝੋਲੀ 'ਚ ਪਾਇਆ। ਹਰ ਤਰ੍ਹਾਂ ਦੇ ਨਾਲ ਖਾਲਸੇ ਦੀ ਘਾੜਤ ਘੜੀ, ਭਾਵੇਂ ਉਹ ਸਮਾਜਿਕ ਜੀਵਨ ਸੀ, ਰਾਜਨੀਤਿਕ ਜੀਵਨ ਸੀ, ਬੌਧਿਕ ਤਲ ਸੀ, ਨੈਤਿਕਤਾ ਸੀ, ਹਰ ਪਹਿਲੂ ਤੋਂ ਸੱਚੇ ਪਾਤਸ਼ਾਹ ਹਜ਼ੂਰ ਨੇ ਸੁਨਿਆਰ ਦੇ ਗਹਿਣਿਆਂ ਵਾਂਗ ਕੁਠਾਲੀ 'ਚ ਪਾ ਪਾ ਕੇ ਸਿੱਖ ਨੂੰ ਸ਼ੁੱਧ ਕੀਤਾ, ਖਾਲਸ ਰੂਪ ਦਿੱਤਾ ਤੇ ਅਲੰਕਾਰਾਂ ਵਾਂਗ, ਗਹਿਣਿਆਂ ਵਾਂਗ ਤਰਾਸ਼ ਕੇ ਸੁੰਦਰ ਸਰੂਪ, ਸੰਪੂਰਨ ਸਰੂਪ ਬਖਸ਼ ਕੇ ਅੰਦਰੋਂ ਤੇ ਬਾਹਰੋਂ। ਤੇ ਫਿਰ ਮਹਾਰਾਜ ਨੇ ਕਿਹਾ, ਹੁਣ ਮੇਰੇ ਵਿੱਚ ਤੇ ਇਹਦੇ ਵਿੱਚੋਂ ਫਰਕ ਖਤਮ ਹੋ ਗਿਆ। ਇੰਨਾ ਵੱਡਾ ਮਰਤਬਾ ਮਹਾਰਾਜ ਨੇ ਦਿੱਤਾ। ਹਉ ਖਾਲਸੇ ਕਾ, ਖਾਲਸਾ ਮੇਰੋ, ਓਤ ਪੋਤ ਸਾਗਰ ਬੁੰਦੇਰੋ। ਖਾਲਸਾ ਮੇਰੇ ਵਿੱਚ ਤੇ ਮੈਂ ਖਾਲਸੇ ਵਿੱਚ ਇੱਦਾਂ ਇੱਕਮਿਕ ਹੋ ਗਿਆ ਜਿਵੇਂ ਸਮੁੰਦਰ ਵਿੱਚ ਬੂੰਦ ਪੈ ਕੇ ਇੱਕਮਿਕ ਹੋ ਜਾਂਦੀ। ਸੋ ਉਹ ਪ੍ਰਸੰਗ ਆਪ ਜੀ ਨੇ ਸੁਣਿਆ ਸਾਰਾ, ਵੀ ਮਹਾਰਾਜ ਨੇ ਜੰਗੀ ਵਿੱਦਿਆ, ਸ਼ਸਤਰ ਵਿੱਦਿਆ, ਘੋੜ ਸਵਾਰੀ, ਰਾਜਨੀਤੀ, ਔਰ ਸਭ ਤੋਂ ਵੱਡੀ ਗੱਲ ਕਿ ਵਿੱਦਿਅਕ ਪੱਖ ਜਿਹੜਾ, ਬੌਧਿਕ ਪੱਖ ਸੀ ਜਿਹੜਾ, ਉਹਨੂੰ ਬਹੁਤ ਕਮਾਲ ਸਤਿਗੁਰੂ ਜੀ ਨੇ ਵਿਕਸਿਤ ਕੀਤਾ। ਗੁਣੀ ਲੋਕਾਂ ਦੀ ਸੰਗਤ, ਵਿਦਵਾਨਾਂ ਨੂੰ ਸ਼੍ਰੀ ਅਨੰਦਪੁਰ ਸਾਹਿਬ ਲਿਆਂਦਾ, ਕਾਰੀਗਰਾਂ ਨੂੰ ਲਿਆਂਦਾ, ਵਧੀਆ ਕਿੱਤਾਕਾਰਾਂ ਨੂੰ ਲਿਆਂਦਾ ਮਹਾਰਾਜ ਜੀ ਨੇ। ਜਦੋਂ ਸੱਚੇ ਬਾਦਸ਼ਾਹ ਨੇ ਸ਼੍ਰੀ ਅੰਮ੍ਰਿਤਸਰ ਸਾਹਿਬ ਵਸਾਇਆ, 52 ਕਿੱਤਿਆਂ ਦੇ ਲੋਕ ਉੱਥੇ ਲਿਆ ਕੇ ਵਸਾਏ। ਹਰ ਤਰ੍ਹਾਂ ਦੇ ਹੁਨਰਵਾਨ ਲੋਕਾਂ ਨੂੰ, ਠਠਿਆਰ, ਲੁਹਾਰ, ਘੁਮਿਆਰ, ਸੁਨਿਆਰ, ਜਿੱਥੇ ਬੈਠ ਕੇ ਇੰਡਸਟਰੀ ਡਿਵੈਲਪ ਹੋ ਸਕੇ। ਸੋ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਵੀ ਉਹ ਉੱਤਮ ਦਰਜੇ ਦੇ ਕਾਰੀਗਰ ਸਿੱਖ ਜਿਹੜੇ ਸ਼ਸਤਰ ਬਣਾਉਂਦੇ ਸੀ, ਹੋਰ ਬਹੁਤ ਸਾਰੀਆਂ ਚੀਜ਼ਾਂ ਬਣਾਉਣ ਵਿੱਚ ਨਿਪੁੰਨ ਸਨ, ਗੁਣੀ ਸਨ, ਉਹ ਸਭ ਨੂੰ ਲਿਆ ਕੇ ਉੱਥੇ ਵਸਾਇਆ। ਇਸ ਤਰ੍ਹਾਂ ਸ਼੍ਰੀ ਅਨੰਦਪੁਰ ਸਾਹਿਬ ਵਿਗਸ ਰਿਹਾ ਹੈ। ਖਾਲਸਾ ਪੰਥ ਜਿਸ ਤਰ੍ਹਾਂ ਇੱਕ ਤਿਆਰੀ ਵਿੱਚ ਹੈ, ਉਹ ਸਾਰਾ ਬਿਰਤਾਂਤ ਇਤਿਹਾਸ ਦੇ ਪੰਨਿਆਂ ਤੋਂ ਤੁਸੀਂ ਸਰਵਣ ਕੀਤਾ। ਸ਼੍ਰੀ ਅਨੰਦਪੁਰ ਸਾਹਿਬ ਸਾਡੀ ਸੁਰਤ ਨੂੰ ਭਾਈ ਸੰਤੋਖ ਸਿੰਘ ਜੀ ਜੋੜ ਰਹੇ ਆ। ਔਰ ਜੋਈ ਕਰੀਏ, ਸਾਹਿਬ ਸਮੱਤ ਬਖਸ਼ਣ, ਆਪ ਸੰਗਤ ਅਸੀਸ ਦਿਓ, ਅੱਗੇ ਗੁਰੂ ਕੀ ਮਹਿਮਾ, ਗੁਰੂ ਕੇ ਕੌਤਕ ਕਹਿ ਸਕੀਏ। ਪਿਆਰ ਵਿੱਚ ਜੁੜ ਕੇ ਜਪੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ। ਫਿਰ ਸਿਮਰੋ ਜੀ ਧੰਨ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ। ਵਾਹਿਗੁਰੂ ਸਾਹਿਬ ਜੀ। ਸ਼੍ਰੀ ਜੀਤੋ ਕੀ ਬਹੁ ਬਲਾਖਾ। ਸ਼੍ਰੀ ਅਨੰਦਪੁਰ ਸਾਹਿਬ ਪਰਿਵਾਰਕ ਜੀਵਨ ਵੀ ਪ੍ਰਫੁੱਲਤ ਹੈ। ਵੇਖੋ, ਬਹੁਤ ਸਾਰੇ ਲੋਕ ਸੀ ਰੱਬ ਨੂੰ ਪਾਉਣ ਵਾਸਤੇ ਤੁਰੇ ਤੇ ਪਰਿਵਾਰ ਹੀ ਛੱਡ ਦਿੱਤੇ।
समाज सुधारक बने तो घर ही जिहड़ा सी उधर ध्यान ही नहीं दिता गया। महाराज सच्चे पातशाह जी जे बहरूनी तौर के उत्ते सारी सिखां की तैयारी कर रहे हैं, समाज नूं एक उच्चा दर्जा देना चाहते हैं, उत्थे नाल परिवारक जीवन वाल बड़ी तवज्जो है। गुरु के साहबजादे बाबा अजीत सिंह, बाबा जुझार सिंह, बाबा जोरावर सिंह वो नित खेलते ने, महाराज जी वड्डियां नूं कोल बिठाउंदे ने, ज्ञान विच वाधा हुंदा है, सिख संगत आउंदी। माता जीतो जी नूं एक बचन कहा सी हजूर ने, जे रब्बी खुशियां लैणियां ने संगत दी टहल करनी, मन नीवा रखना, सेवक बन के सिखां दी संगत दी सेवा करनी। सेवक बन के जिन्ना निमरता विच सेवा कमाओगे, वाहिगुरू जपना, उन्नी रहमतां होणगियां, उन्नियां ही बख्शिशां होणगियां। तो धन माता जीतो जी, श्री जीतो जी की बहुत अभिलाखा, बहुत शरधावान सन माता जीतो जी, बड़ी उच्ची सुरत दे मालक सन। जिहड़ी अवस्था असीं बाणी विच पढ़दे हां ना, गुरमुख आवे जाए निसंग, ब्रह्म ज्ञानी सद जीवै नहीं मरता वाली अवस्था, ऐसी अवस्था विच जूण वाले सन माता जीतो जी। हर वेले सेवा विच श्री आनंदपुर साहब तत्पर रहिंदे। माता गुजरी जी पोतियां दे नाल विगसदे, गुरमत दीआं लोरियां दिंदे। माता सुंदरी जी अपने फर्जां नूं निभाउंदे। सो भाई संतोख सिंह जी जिक्र कर रहे कि माता जीतो जी शरधा प्रेम विच सदा प्रसन्न रहिंदे। गुरपत विखै भाव नित राखा, सिर दे साईं दीन दुनी दे मालक धन गुरु गोबिंद सिंह सच्चे पातशाह गुरुपति हन। बहुत भावना, रूहानी भावना, संसारक रिश्ते दे फर्ज भी निभाउंदे ते रूहानी तौर ते सच्चे पातशाह हजूर नूं इष्ट जान के शरधा भावना नाल माता जीतो जी सेव कमाउंदे। मानै सदा जथा प्रभ कहे, आग्या विच रहना, रजा विच रहना। सहो कहे सो कीजै, तन मनो दीजै, ऐसा परमल लाइए। एक सुहागण ने कंत की खुशी किवें लैनी है, रब्बी राह ते तुरदे सोझी सन दित्ती। ते सब तो उत्तम गुण है रजा दे अंदर रहना। सो ये इन्नी भावना प्रीत विच जूण वाले भी मानै सदा जथा प्रभ कहें। जिवें गुरु स्वामी जी आखदे, हुक्म दे अंदर माता जीतो जी जींदे। तिम सेवत सतसंगत रहे। तो इस तरह संगत दी भी सेव कमाउंदे जो गुरु साहब ने हुक्म कीता सी। संसारी तौर ते आदर सन्मान मिलना सुभावक सी कि लोक परलोक दे मालिक धन गुरु गोबिंद सिंह महाराज दे जीवन साथन ने, पर गुरु साहब जी का हुक्म सी कि संगत दे टहलूए बन के सेव कमाउणी। गुरसिखां दी सेव कमाओगे खुशी मिलेगी। तो माता जीतो जी रूहानी तौर के उत्ते, आत्मक तौर के उत्ते बहुत उच्ची अवस्था दे विच ने, गुरु साहब जी के जीवन साथन ने। पर कमाल की गल यह भी सारा मान सन्मान होने के बावजूद सेवक बन के संगत की टहल कमाउंदे। चतुरथ पुत्र जन्म को लीना। वाहिगुरू जी की बख्शिश हुई, धन बाबा फतेह सिंह जी का आगमन होया। गुरु कलगीधर पातशाह जी के गृह विखे चौथे सपुत्र ने जन्म लिया। बजी बधाई उमर नवीना। बाल वरेस बालक प्रगटिया, बालक जन्मिया। माता गुजरी जी नूं बहुत खुशियां संगतां ने साझियां कीतियां जी। बड़ी प्रसन्नता गुरसिखां ने जाहिर की। थित एकादशी उत्सव कीतो। ये वो जिहड़ियां उस वेले देसी महीने दीयां तरीकां सन। आपो अपनियां विद्वानां दीयां इत्थे इतिहासकारां दीयां रावां ने। तो भाई संतोख सिंह कह रहे हैं भी 1 ते 10 11 वो तरीक सी जिदन बड़ी खुशी मनाई गई। तीन पुत्र श्री जीतो केरे। धन माता जीतो जी के गृह विखे 3 सपुत्रां दा आगमन होया। साहबजादा बाबा जुझार सिंह जी, बाबा जोरावर सिंह ते बाबा फतेह सिंह जी। माता साहिब कौर जी की गोद विच खालसा पंथ नूं पाया।
ਪੰਥ ਦੀ ਮਾਂ ਹੋਣ ਦਾ ਮਾਣ ਮਿਲਿਆ। ਕੁਆਰਾ ਡੋਲਾ ਵੀ ਜਿਨ੍ਹਾਂ ਨੂੰ ਇਤਿਹਾਸ ਕਹਿੰਦਾ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ ਦਾ ਆਗਮਨ ਜਨਮ ਜਿਹੜਾ ਸੀ ਉਹ ਮਾਤਾ ਸੁੰਦਰੀ ਜੀ ਦੀ ਕੁੱਖੋਂ ਹੋਇਆ। ਸੋ ਸੁਭਾਗੀ ਮਾਤਾ ਜੀਤੋ ਜੀ ਦੀ ਕੁੱਖੋਂ 3 ਸਾਹਿਬਜ਼ਾਦਿਆਂ ਨੇ ਸ਼ਹੀਦਾਂ ਦੀ ਮਾਂ ਧੰਨ ਮਾਤਾ ਜੀਤੋ ਜੀ ਜਿਹਦੀ ਕੁੱਖ ਸਫਲੀ ਹੋਈ ਕੌਮ ਤੋਂ, ਪੰਥ ਤੋਂ, ਮਜ਼ਲੂਮਾਂ ਤੋਂ, ਜ਼ੁਲਮ ਦੇ ਨਾਸ ਵਾਸਤੇ। ਧੰਨ ਮਾਤਾ ਜੀਤੋ ਜੀ ਦੀ ਪਵਿੱਤਰ ਕੁੱਖ ਤੋਂ 3 ਸ਼ਹੀਦ ਪੁੱਤਰ ਪੈਦਾ ਹੋਏ। ਸਾਧ ਸੰਗਤ, ਚਾਵਾਂ ਨਾਲ, ਪਿਆਰ ਨਾਲ ਜਿਨ੍ਹਾਂ ਨੂੰ ਜਨਮ ਦਿੱਤਾ, ਜਿਨ੍ਹਾਂ ਦੀ ਪਰਵਰਿਸ਼ ਕੀਤੀ, ਮਾਤਾ ਗੁਜਰੀ ਜੀ ਦੀ ਦੇਖ ਰੇਖ ਹੇਠ ਵਿਕਾਸ ਹੋਇਆ ਤੇ ਫਿਰ ਸ਼ਹੀਦੀ ਵਾਸਤੇ ਤਿਆਰ ਕੀਤਾ ਗੁਰੂ ਕੀ ਸੰਗਤ ਦੇ ਵਿੱਚ, ਜੀਵਨ ਸਫਲ ਕਰਨ ਲਈ, ਧਰਮ ਦੇ ਲੇਖੇ ਲੱਗਣ ਲਈ। ਸੋ ਧੰਨ ਮਾਤਾ ਜੀਤੋ ਜੀ ਦੀ ਐਡੀ ਦੇਣ ਹੈ ਖਾਲਸਾ ਪੰਥ ਨੂੰ। ਸਾਧ ਸੰਗਤ ਹੈ ਜਿਨ੍ਹਾਂ ਨੂੰ ਸ਼ਹੀਦਾਂ ਦੀ ਮਾਂ ਹੋਣ ਦਾ ਸੁਭਾਗ ਮਿਲਿਆ। 3 ਅਗਨ ਤਨ ਦਿਪਤ ਵਡੇਰੇ। ਇਹ ਤਿੰਨੋਂ ਹੀ ਜਿਵੇਂ ਖਾਲਸਾ ਪੰਥ ਵਾਸਤੇ ਅਗਨ ਤਨ, ਜਿਵੇਂ ਪ੍ਰਗਟ ਜੋਤ ਹੋਣ ਜਿਨ੍ਹਾਂ ਦਾ ਜੀਵਨ ਤੇ ਜਿਨ੍ਹਾਂ ਦੇ ਜੀਵਨ ਦੀ ਸਿਖਰ, ਉਹ ਸਿੱਖ ਵਾਸਤੇ ਇੱਕ, ਪੰਥ ਵਾਸਤੇ ਇੱਕ ਦੀਵਾ ਹੈ, ਇੱਕ ਲਾਟ ਹੈ, ਅੱਗ ਦੇ ਸਮਾਨ ਇੱਕ ਚਾਨਣ ਹੈ। ਇੱਕ ਦਿਨ ਖਨਾਥਿਆ ਗ੍ਰਹ ਪੱਤਿਆ ਬੀਜੀ। ਸ਼ਾਸਤਰਾਂ ਦੇ ਅਨੁਸਾਰ 3 ਤਰ੍ਹਾਂ ਦੀ ਅਗਨੀ ਦਾ ਜ਼ਿਕਰ ਹੁੰਦਾ। ਇੱਕ ਅਗਨੀ ਹਵਨ ਕੁੰਡ ਨੂੰ ਰਚਾਉਣ ਵਾਸਤੇ, ਪੂਜਾ ਕਰਨ ਵਾਸਤੇ, ਪ੍ਰਕਾਸ਼ ਕਰਨ ਵਾਸਤੇ। ਸੋ ਭਾਈ ਸਾਹਿਬ ਜੀ ਨੇ ਤਸ਼ਬੀਹ ਦਿੱਤੀ, ਇੱਕ ਸਿੰਬਲ ਵਰਤਿਆ, ਅਲੰਕਾਰ ਵਰਤਿਆ ਵੀ ਇਸ ਜਗਤ ਦੇ ਉੱਤੇ ਰੋਸ਼ਨੀ ਕਰਨ ਲਈ, ਖਾਲਸਾ ਪੰਥ ਨੂੰ ਚਾਨਣ ਦਿਖਾਉਣ ਵਾਸਤੇ, ਜ਼ੁਲਮ ਦੇ ਅੰਧਕਾਰ ਨੂੰ ਮਿਟਾਉਣ ਵਾਸਤੇ ਧੰਨ ਮਾਂ ਜੀਤੋ ਜੀ ਦੇ ਤਿੰਨੋਂ ਲਾਲ, ਉਹ ਤਿੰਨੋਂ ਤਰ੍ਹਾਂ ਲੋਕੀ ਦੇ ਹਵਨ ਕਰਨ ਵਾਸਤੇ, ਜੱਗ ਕਰਨ ਵਾਸਤੇ ਅਗਨੀਆਂ ਪ੍ਰਗਟ ਕਰਦੇ ਸੀ ਨਾ। ਤੇ ਮਾਤਾ ਜੀ ਨੇ ਸੰਸਾਰ ਦੇ ਹਨੇਰੇ ਨੂੰ ਸੋਖਣ ਲਈ, ਲੁਕਾਈ ਦੇ ਜੀਵਨ ਨੂੰ ਰੋਸ਼ਨ ਕਰਨ ਲਈ ਪੁੱਤਰਾਂ ਦੀ ਕੁਰਬਾਨੀ ਦੇ ਕੇ, ਉਹਨਾਂ ਦੀ ਚਰਬੀ ਦੇ ਖੂਨ ਪਾ ਕੇ 3 ਅਗਨੀਆਂ ਜਿਵੇਂ ਬਾਲੀਆਂ, ਤਾਂ ਕਿ ਜਗਤ ਦੇ ਉੱਤੇ ਰੋਸ਼ਨੀ ਹੋ ਸਕੇ, ਦੁਨੀਆ ਦੇ ਉੱਤੇ ਜ਼ੁਲਮ ਦਾ ਹਨੇਰਾ ਮਿਟ ਸਕੇ। ਇਹ ਪਿਆਰੀ ਤਸ਼ਬੀਹ ਭਾਈ ਸੰਤੋਖ ਸਿੰਘ ਨੇ ਬੜੇ ਸੁੰਦਰ ਸ਼ਬਦਾਂ ਦੇ ਵਿੱਚ ਮਾਂ ਤਿੰਨੋਂ ਸੁਪੁੱਤਰਾਂ ਦੇ ਨਾਲ ਨਾ ਤੁਲਨਾ ਕੀਤੀ। ਮਾਂ ਪ੍ਰਸਾਦ ਅਵਨ ਅਵਤਰੀ ਸੋ ਤੀਜੀ। ਇਹ ਤਿੰਨਾਂ ਅਗਨੀਆਂ ਦੀ ਤੁਲਨਾ ਜਿਹੜੀ ਹੈ, ਜਿਹੜੀ ਮੈਂ ਬੇਨਤੀ ਕਰ ਰਿਹਾ ਸੀ। ਤੁਰਕਨ ਤੇਜ ਮਹਿਦ ਬਨ ਜੋਵਾ। ਹਾਂ, ਜਿਹਨੇ ਜਿਹੜਾ ਤੁਰਕਾਂ ਦੇ ਰਾਜ ਦਾ ਅੰਧਕਾਰ ਸੀ, ਇਹ 3 ਜਵਾਲਾ, 3 ਜੋਤ ਇੱਦਾਂ ਦੀਆਂ ਪ੍ਰਗਟ ਹੋਈਆਂ ਜਿਨ੍ਹਾਂ ਦੇ ਸਾਹਮਣੇ ਤੁਰਕਾਂ ਦੇ ਰਾਜ ਦਾ ਅੰਧਕਾਰ ਖਤਮ ਹੋ ਗਿਆ। ਇਨ ਅਪਰਾਧ ਦਗਦ ਸੋ ਹੋਵਾ। ਹਾਂ, ਸ਼ਹੀਦੀ ਹੋਈ 3 ਲਾਲਾਂ ਦੀ। ਤੇ ਤੁਰਕਾਂ ਦੇ ਰਾਜ ਦਾ ਜਿਹੜਾ ਤੇਜ਼ ਪ੍ਰਤਾਪ ਸੀ, ਇਸ ਗੁਨਾਹ ਦੇ ਨਾਲ ਦਗਦ ਹੋ ਗਿਆ, ਸੜ ਕੇ ਸੁਆਹ ਹੋ ਗਿਆ। ਸਿੰਘਣ ਕੇ ਦਾਰਦ ਵੱਡ ਸੀਤ। ਸਿੱਖ ਪੰਥ ਦੇ ਦੁੱਖ ਦਲਿੱਦਰ ਦੂਰ ਹੋ ਗਏ। ਇੰਤੇ ਸ਼ਿਗਰ ਗਇਓ ਬਹੁ ਬੀਤ। ਇਦਾਂ ਦੀਆਂ ਰਹਿਮਤਾਂ ਹੋਈਆਂ, ਇਦਾਂ ਦੇ ਪੁੱਤ ਜਣੇ ਜੀ ਮਾਂ ਜੀਤੋ ਜੀ ਨੇ। ਜਨਨੀ ਜਨੇ ਤਾਂ ਭਗਤ ਜਨ, ਕੈ ਦਾਤਾ ਕੈ ਸੂਰ, ਨਹੀਂ ਤਾਂ ਜਨਨੀ ਬਾਂਝ ਰਹੇ ਕਾਹੇ ਗਵਾਵੇ ਨੂਰ। ਇਦਾਂ ਦੇ ਸੂਰਮੇ ਤੇ ਰੂਹਾਨੀ ਤਾਕਤਾਂ ਵਾਲੇ ਧੰਨ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ, ਐਸੇ ਲਾਲ ਮਾਤਾ ਜੀਤੋ ਜੀ ਦੀ ਕੁੱਖੋਂ ਪੈਦਾ ਹੋਏ। ਇੰਤੇ ਸ਼ਿਗਰ ਗਇਓ ਬਹੁ ਬੀਤ। ਮਾਂ ਸੁੰਦਰੀ ਕੋ ਸੁਤ ਸੂਰਾ। ਧੰਨ ਮਾਤਾ ਸੁੰਦਰੀ ਜੀ ਦੇ ਸੁਪੁੱਤਰ ਸੂਰਮੇ, ਬਲੀ, ਮਹਾਬਲੀ ਯੋਧਾ, ਲੱਖਾਂ ਦੇ ਦਲਾਂ ਨੂੰ ਭਾਜਣਾ ਪਾਉਣ ਵਾਲੇ, ਜਿਨ੍ਹਾਂ ਦੀ ਤੁਲਨਾ ਭਾਈ ਸੰਤੋਖ ਸਿੰਘ ਨੇ ਸਮੁੰਦਰ 'ਚ ਮਗਰਮੱਛ ਦੇ ਨਾਲ ਕੀਤੀ ਹੈ। ਸਾਹਿਬਜ਼ਾਦਾ ਬਾਬਾ ਅਜੀਤ ਸਿੰਘ ਜੀ, ਸ਼ਸਤਰਣ ਕੀ ਮਿੰਦਿਆ ਮੈਂ ਪੂਰਾ। ਗੁਰੂ ਸਾਹਿਬ ਜੀ ਦੀ ਬਖਸ਼ਿਸ਼ ਦੇ ਨਾਲ ਸਤਿਗੁਰਾਂ ਦੀ ਹਜ਼ੂਰੀ 'ਚ ਰਹਿ ਕੇ ਬੜੇ ਗਿਆਨਵੇਤਾ ਹੋਏ, ਬੜੇ ਅਧਿਆਤਮਕ ਰੂਹਾਨੀ ਤਾਕਤਾਂ ਦੇ ਮਾਲਕ ਹੋਏ ਤੇ ਸ਼ਸਤਰਾਂ ਦੀ ਵਿੱਦਿਆ ਵਿੱਚ ਬਾਬਾ ਅਜੀਤ ਸਿੰਘ ਜੀ ਪੂਰੇ ਉਤਰੇ। ਰਣ ਮੈਂ ਅਨਗਣ ਤੁਰਕ ਪ੍ਰਹਾਰੇ। ਪਤਾ ਨਹੀਂ ਕਿੰਨੇ ਕੁ ਵੈਰੀਆਂ ਦਾ ਮੈਦਾਨੇ ਜੰਗ ਵਿੱਚ ਅਣਗਣ, ਜਿਨ੍ਹਾਂ ਦੀ ਗਿਣਤੀ ਕੋਈ ਨਹੀਂ, ਜ਼ਾਲਮਾਂ ਦਾ ਬਾਬਾ ਅਜੀਤ ਸਿੰਘ ਜੀ ਨੇ ਸੰਘਾਰ ਕੀਤਾ। ਨਾ ਠਹਿਰਣ ਕੋ ਦੀਨ ਅਗਾਰੇ। ਜਿਨ੍ਹਾਂ ਦੇ ਸਾਹਮਣੇ ਕੋਈ ਦੁਸ਼ਮਣ ਟਿਕ ਨਹੀਂ ਸੀ ਸਕਦਾ, ਭਾਵੇਂ ਲੱਖਾਂ ਦਾ ਦਲ ਸੀ, ਭੱਜਣਾ ਪੈ ਜਾਂਦੀਆਂ ਸਨ। ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਐਸੇ ਸੁਪੁੱਤਰ ਹੋਏ 4, ਜਿਨ੍ਹਾਂ ਦੇ ਅੰਦਰ ਅਧਿਆਤਮਕਤਾ
ਜਿਨ੍ਹਾਂ ਦੇ ਅੰਦਰ ਬੌਧਿਕ ਗਿਆਨ, ਜਿਨ੍ਹਾਂ ਦੇ ਅੰਦਰ ਸਰੀਰਕ ਬਲ, ਜਿਨ੍ਹਾਂ ਦੇ ਅੰਦਰ ਯੁੱਧ ਦੀ ਨਿਪੁੰਨਤਾ, ਸਭ ਵਿਦਿਆ ਦੇ ਅੰਦਰ ਜਿਨ੍ਹਾਂ ਨੂੰ ਸੰਪੰਨ ਕੀਤਾ। ਚਾਰੋਂ ਕੇ ਸਰੂਪ ਦੁੱਤ ਚਾਰੂ। ਹਾਂ, ਸੁੰਦਰਤਾ ਬੜੀ ਕਮਾਲ। ਇਹ ਜ਼ਿਕਰ ਹੁੰਦਾ ਇਤਿਹਾਸ ਦੇ ਪੰਨਿਆਂ ਦੇ ਉੱਤੇ ਕਿ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਲਾਲਾਂ ਦੀ ਸੁੰਦਰਤਾ ਬਾ ਕਮਾਲ ਸੀ ਜੀ। ਜਿਹੜਾ ਇੱਕ ਵਾਰੀ ਤੱਕਦਾ ਤੇ ਕਦੀ ਅੱਖਾਂ ਨਾ ਰੱਜਦੀਆਂ, ਇੰਨੀ ਸੁੰਦਰਤਾ ਸਤਿਗੁਰਾਂ ਦੇ ਲਾਲਾਂ ਦੇ ਮੁਖੜੇ ਤੇ ਹੈ। ਚਤੁਰ ਸਮਤ ਕੇ ਮਨੋ ਪਹਾਰੂ। ਚਾਰੇ ਲਾਲ ਸਮੱਤ ਦੇ ਜਿਵੇਂ ਜ਼ਖੀਰੇ ਹੋਣ, ਭੰਡਾਰ ਹੋਣ, ਚਾਰੋਂ ਹੀ ਲਾਲ ਅੰਤਾਂ ਦੇ ਸਮੱਤਵੰਤ ਸਨ। ਦਿਨ ਪ੍ਰਸ਼ਸਤਰਨ ਕੋ ਅਭਿਆਸਾ। ਸ਼ਸਤਰਾਂ ਦਾ ਅਭਿਆਸ ਵੱਡੇ ਲਾਲ ਬਾਬਾ ਜੁਝਾਰ ਸਿੰਘ ਜੀ ਤੇ ਬਾਬਾ ਅਜੀਤ ਸਿੰਘ ਜੀ ਨੂੰ, ਇਹ ਜੰਗੀ ਤਿਆਰੀ, ਸ਼ਹੀਦ ਹੋਣ ਦੀ ਤਿਆਰੀ। ਸਾਧ ਸੰਗਤ, ਦੁਨੀਆ ਦੇ ਵਿੱਚ ਕੋਈ ਐਸੇ ਮਾਪੇ ਹੋਣਗੇ ਜਿਹੜੇ ਆਪਣੇ ਪੁੱਤਰਾਂ ਨੂੰ ਮਰਨ ਦੀ ਤਿਆਰੀ ਕਰਵਾ ਰਹੇ ਹੋਣ। ਜ਼ੁਲਮ ਦੇ ਨਾਸ ਵਾਸਤੇ, ਧਰਮ ਦੇ ਪ੍ਰਚਾਰ ਪ੍ਰਸਾਰ ਵਾਸਤੇ, ਪਾਪ ਦਾ ਅੰਤ ਕਰਨ ਵਾਸਤੇ, ਮਜ਼ਲੂਮਾਂ ਦੀ ਰੱਖਿਆ ਵਾਸਤੇ ਆਪਣੇ ਪੁੱਤਰਾਂ ਨੂੰ ਮੌਤ ਲਈ ਤੋਰਨ ਦੀ ਤਿਆਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਆਪਣੀ ਦੇਖ ਰੇਖ ਵਿੱਚ ਸ਼ੁਰੂ ਕਰਵਾਈ। ਜਿਨ੍ਹਾਂ ਨੇ ਮੌਤ ਵਾਸਤੇ ਪਿਤਾ ਨੂੰ ਤੋਰਿਆ ਸੀ, ਸ਼ਹੀਦ ਹੋਣ ਵਾਸਤੇ, ਤੁਸੀਂ ਸੀਸ ਕਲਮ ਕਰਵਾ ਸਕਦੇ ਹੋ। ਉਹਨਾਂ ਨੇ ਪੁੱਤਰਾਂ ਨੂੰ ਤੋਰਨ ਦੀ ਵੀ ਤਿਆਰੀ ਆਪ ਕਰਵਾਈ। ਸੁੰਦਰਤਾ ਦੀ ਉਹ ਮੂਰਤ ਹਨ। ਯੁੱਧ ਵਿਦਿਆ ਦੇ ਵਿੱਚ ਨਿਪੁੰਨ ਦੋਨੋਂ ਵੱਡੇ ਲਾਲਾਂ ਨੂੰ ਕੀਤਾ। ਵਿਦਿਆਵੰਤ ਹਨ, ਸਮੱਤਵੰਤ ਹਨ। ਦਿਨ ਪ੍ਰਤੀ ਸ਼ਸਤਰਨ ਕੋ ਅਭਿਆਸਾ। ਇੱਕ ਚਾਅ ਪੈਦਾ ਕੀਤਾ ਵੀ ਤੁਸੀਂ ਜ਼ੁਲਮ ਦੇ ਵਿਰੁੱਧ ਲੜਨਾ ਹੈ, ਤੁਸੀਂ ਅਤਿਆਚਾਰ ਦੇ ਵਿਰੁੱਧ ਜੂਝਣਾ ਹੈ। ਇਹ ਚਾਅ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਪਣੇ ਸੁਪੁੱਤਰਾਂ ਦੇ ਅੰਦਰ ਪੈਦਾ ਕੀਤਾ। ਪਿਤ ਕੀ ਆਇਸ ਮੈਂ ਜਿਮ ਦਾਸਾ। ਹਾਂ, ਇੱਕ ਸਭ ਤੋਂ ਵੱਡਾ ਗੁਣ ਸੀ ਚਾਰੇ ਲਾਲਾਂ ਦਾ, ਧੰਨ ਬਾਬਾ ਅਜੀਤ ਸਿੰਘ ਜੀ ਦਾ, ਧੰਨ ਬਾਬਾ ਜੁਝਾਰ ਸਿੰਘ, ਬਾਬਾ ਜ਼ੋਰਾਵਰ ਸਿੰਘ, ਬਾਬਾ ਫਤਿਹ ਸਿੰਘ ਜੀ ਦਾ, ਕਿ ਉਹ ਸਦਾ ਪਿਤਾ ਜੀ ਦੀ ਆਗਿਆ ਵਿੱਚ ਰਹਿੰਦੇ। ਸਭ ਤੋਂ ਵੱਡਾ ਗੁਣ ਜਿਹੜਾ ਸੀ ਇੱਕ ਸੰਤਾਨ ਦਾ, ਸਭ ਤੋਂ ਉੱਤਮ ਗੁਣ ਜਿਹੜਾ ਹੈ ਕਿ ਪਿਤਾ ਜੀ ਦੀ ਆਗਿਆ ਵਿੱਚ ਰਹਿਣਾ। ਔਲਾਦ ਵਾਸਤੇ, ਨੇਕ ਔਲਾਦ ਵਾਸਤੇ ਸਭ ਤੋਂ ਵੱਡਾ ਸਰਮਾਇਆ ਖਜ਼ਾਨਾ ਹੁੰਦਾ ਹੈ ਮਾਪਿਆਂ ਦੀ ਮੁਸਕਰਾਹਟ। ਜਿਹੜੀ ਔਲਾਦ ਆਪਣੇ ਮਾਪਿਆਂ ਨੂੰ ਖੁਸ਼ੀਆਂ ਦਿੰਦੀ ਹੈ, ਮੁਸਕਰਾਹਟਾਂ ਦਿੰਦੀ ਹੈ, ਅਸੀਸਾਂ ਲੈਂਦੀ ਹੈ, ਸਮਝ ਲਓ ਬਹੁਤ ਸਰਮਾਏਦਾਰ ਹੈ। ਤੇ ਜਿਹੜੀ ਔਲਾਦ ਮਾਪਿਆਂ ਦੇ ਹੌਕੇ ਲੈਂਦੀ ਹੈ, ਹਾਵੇ ਲੈਂਦੀ ਹੈ, ਉਹਦੇ ਤੋਂ ਵੱਡੀ ਬਦਕਿਸਮਤ ਔਲਾਦ ਕੋਈ ਨਹੀਂ। ਤਾਂ ਸਾਹਿਬ ਨੇ ਬਾਣੀ 'ਚ ਸਾਨੂੰ ਸਮਝਾਇਆ, ਕਾਹੇ ਪੂਤ ਝਗੜਤ ਹੋ ਸੰਗ ਬਾਪ, ਜਿਨ ਕੇ ਜਣੇ ਬਡੀਰੇ ਤੁਮ ਹੋ, ਤਿੰਨ ਸਿਓ ਝਗੜਤ ਪਾਪ। ਇਹ ਮਹਾ ਪਾਪੀ ਔਲਾਦ ਹੈ ਜਿਹੜੇ ਜਨਮ ਦੇਣ ਵਾਲਿਆਂ ਤੋਂ ਆਕੀ ਹੋ ਕੇ ਉਹਨਾਂ ਨਾਲ ਝਗੜਾ ਪਾਉਂਦੀ, ਆਡਾ ਲਾਉਂਦੀ ਹੈ। ਤਾਂ ਗੁਰੂ ਕੇ ਲਾਲਾਂ ਦੀ ਇਹ ਵੱਡੀ ਵਡਿਆਈ ਸੀ ਕਿ ਪਿਤ ਕੀ ਆਇਸ ਮੈਂ ਜਿਮ ਦਾਸਾ। ਉਹ ਵੀ ਇਦਾਂ ਨਹੀਂ ਸੀ ਵਿਚਰਦੇ ਕਿ ਅਸੀਂ ਗੁਰੂ ਗੋਬਿੰਦ ਸਿੰਘ ਜੀ ਦੇ ਪੁੱਤਰ ਹਾਂ, ਸਾਡਾ ਵੱਖਰਾ ਅਧਿਕਾਰ ਹੈ। ਜਿਵੇਂ ਸੇਵਕ ਵਰਤਦੇ ਨੇ ਆਗਿਆ ਵਿੱਚ, ਹੁਕਮ 'ਚ, ਬਾਕੀ ਸਿੱਖ ਸੇਵਕ ਆਗਿਆ ਦਾ ਪਾਲਣ ਕਰਦੇ, ਉਹਨਾਂ ਦੇ ਸਮਾਨ ਚਾਰੋਂ ਲਾਲ ਗੁਰੂ ਪਿਤਾ ਜੀ ਦੀ ਆਗਿਆ ਵਿੱਚ ਰਹਿੰਦੇ। ਰੁੱਤ ਦੂਜੇ ਆ ਪੂਰਨ ਹੋਏ। ਹਾਂ, ਇਤਿਹਾਸ ਦੇ ਪੰਨਿਆਂ ਨੂੰ ਲਿਖਦੇ ਹੋਏ ਭਾਈ ਸੰਤੋਖ ਸਿੰਘ ਜੀ ਨੇ ਜਿਵੇਂ ਰੁੱਤਾਂ 'ਚ ਰਾਸਾਂ 'ਚ ਵੰਡਿਆ, ਉਹ ਕਹਿੰਦੇ ਦੂਸਰੀ ਰੁੱਤ ਪੂਰੀ ਹੋ ਗਈ। ਹੁਣ ਤੀਸਰਾ ਜਿਹੜਾ ਇਹ ਚੈਪਟਰ ਹੈ ਇਤਿਹਾਸ ਦਾ, ਉਹ ਮੈਂ ਆਰੰਭ ਕਰਦਾ ਹਾਂ। ਕਹੂੰ ਕਥਾ ਪੁਨ ਆਗਲ ਜੋਈ। ਅਗਲੀ ਕਥਾ, ਫਿਰ ਇਸ ਤੋਂ ਅੱਗੇ ਕੀ ਕੀ ਹੁੰਦਾ। ਇਹ ਸੀ ਸ਼੍ਰੀ ਅਨੰਦਪੁਰ ਸਾਹਿਬ ਦੀਆਂ ਰੌਣਕਾਂ, ਜੰਗੀ ਤਿਆਰੀ, ਵਿਦਿਆ ਦਾ ਕੁੰਭ ਬਣਾਇਆ ਸ਼੍ਰੀ ਅਨੰਦਪੁਰ ਸਾਹਿਬ ਨੂੰ। ਦੁਨੀਆ ਦੇ ਵਿਦਵਾਨਾਂ ਨੂੰ ਉੱਥੇ ਸੱਦਿਆ, ਗੁਣੀ ਲੋਕਾਂ ਨੂੰ ਬੁਲਾਇਆ, ਚਾਰੇ ਲਾਲਾਂ ਦਾ ਜਨਮ ਹੋਇਆ। ਇੱਥੋਂ ਤੱਕ ਸਾਰਾ ਬਿਆਨ ਕਰਕੇ ਭਾਈ ਸਾਹਿਬ ਜੀ ਕਹਿੰਦੇ ਮੈਂ ਅੱਗੇ ਬਿਆਨ ਕਰਦਾ ਹਾਂ। ਦਸੋਂ ਗੁਰਨ ਕੇ ਚਰਨ ਮਨਾਏ। ਪਰ ਪਹਿਲਾਂ ਮੈਂ 10 ਗੁਰੂ ਪਾਤਸ਼ਾਹੀਆਂ ਦੇ ਚਰਨਾਂ 'ਚ ਅਰਦਾਸ ਕਰਾਂ ਤੇ ਫਿਰ ਮੈਂ ਅੱਗੇ ਲਿਖਣਾ ਸ਼ੁਰੂ ਕਰਦਾ। 10 ਗੁਰਨ ਕੇ ਚਰਨ ਮਨਾਏ। ਭਾਈ ਸੰਤੋਖ ਸਿੰਘ, ਇਤਿਹਾਸ ਦੇ ਲਿਖਾਰੀ, ਸ਼ਰਧਾ ਇਸ਼ਟ ਨੂੰ ਨਮਸਕਾਰ ਕਰਕੇ ਫਿਰ ਕਾਰਜ ਸ਼ੁਰੂ ਕਰਨਾ। ਮੈਂ 10 ਹੀ ਪਾਤਸ਼ਾਹੀਆਂ ਦਾ ਧਿਆਨ ਧਰ ਕੇ ਸੀਸ ਝੁਕਾਉਂਦਾ ਹਾਂ। ਯਥਾ ਸ਼ਕਤ ਸਭ ਦਿਉ ਸੁਨਾਏ। ਤੇ ਫਿਰ ਜਿੰਨੀ ਕੋ ਮੇਰੀ ਸਮਰੱਥ ਹੈ, ਸ਼ਬਦ ਵਿਦਵਾਨ ਕਵੀ ਸੰਤੋਖ ਸਿੰਘ ਜੀ ਕਹਿੰਦੇ ਵੀ ਯਥਾ ਸ਼ਕਤ, ਜਿੰਨੀ ਕੋ ਮੇਰੀ ਸਮਰੱਥਾ ਆ ਉਹਨਾਂ ਕੋ ਫਿਰ ਮੈਂ ਤੁਹਾਨੂੰ ਦੱਸਦਾ ਸੁਣਾਉਂਦਾ ਹਾਂ।
ਕਮਿਤ ਸੀਰਨਾ ਸੁਸੰਗ ਮੈਂ ਕੁਸੰਗ ਮੈਨੈ ਸੰਤੋਖ ਸਿੰਘ। ਇਹ ਥੋੜੇ ਜਿਹਾ ਹੁਣ ਇਹ ਕਾਵਕਤਾ ਦਾ ਬਹੁਤ ਪਿਆਰਾ ਜਿਹਾ ਨਮੂਨਾ ਹੈ ਤੇ ਵਿਦਵਾਨ ਦੀ ਵਿਦਵਤਾ ਦਾ ਪ੍ਰਗਟਾਵਾ ਵੀ ਹੈ। ਇਹਨੂੰ ਸਮਝਿਓ ਥੋੜਾ, ਕਾਵਕਤਾ ਦੀ ਚਾਲ ਨੂੰ। ਭਾਈ ਸੰਤੋਖ ਸਿੰਘ ਜੀ ਆਪਣੇ ਬਾਰੇ ਕਹਿ ਰਹੇ ਨੇ ਬਹੁਤ ਕਮਾਲ ਦੇ ਨਾਲ ਵੀ ਹੇ ਮਾਲਕ ਜੀ, ਹੇ ਸੱਚੇ ਪਾਤਸ਼ਾਹ ਜੀ, ਇਹ ਜਿਹੜਾ ਸੰਤੋਖ ਸਿੰਘ ਹੈ ਨਾ, ਇਹ ਬੜਾ ਬੇਮੁਖ ਹੈ, ਇਹਨੂੰ ਪ੍ਰਤੀਤ ਨਹੀਂ ਤੇਰੀ ਮਹਾਰਾਜ, ਇਹ ਅਗਿਆਨੀ ਹੈ, ਇਹ ਬੇਸਮਝ ਹੈ। ਇਸ ਸੰਤੋਖ ਸਿੰਘ ਦੇ ਕੋਲ ਕੋਈ ਬੋਧ ਨਹੀਂ ਹੈ, ਕੋਈ ਚੰਗਾ ਕਰਮ ਨਹੀਂ ਹੈ, ਤੇ ਸਭ ਤੋਂ ਵੱਡੀ ਗੱਲ ਵੀ ਇਹ ਮਨਮੁਖ ਹੈ, ਇਹ ਸਤ ਸੰਗੀ ਨਹੀਂ ਬਣ ਸਕਿਆ, ਇਹ ਗੁਨਾਹਗਾਰ ਹੈ ਮਹਾਰਾਜ। ਇਹ ਨਿਮਰਤਾ ਦੇ ਬੋਲ ਵੇਖਿਓ ਕਿੱਡੇ ਕਮਾਲ ਦੇ। ਮਾਣ ਕਹਿੰਦੇ ਮੈਂ 10 ਪਾਤਸ਼ਾਹਾਂ ਨੂੰ ਨਮਸਕਾਰ ਕਰਾਂ, ਪਰ ਪਹਿਲਾਂ ਕੀ ਕਹਿੰਦੇ, ਮਾਣ ਤਿਆਗ ਕੇ, ਹੰਕਾਰ ਤਿਆਗ ਕੇ, ਵਿਦਵਾਨ ਗੁਣੀ ਕਵੀ, ਉਹ ਆਪਣੇ ਵਾਸਤੇ ਸ਼ਬਦ ਕੀ ਵਰਤ ਰਿਹਾ ਵੀ ਹੇ ਮੇਰੇ ਗੁਰੂ ਪਾਤਸ਼ਾਹ, ਸੀਰ ਨਾ ਸੁਸੰਗ ਮੈਂ ਕਦੀ ਸੋ ਸੰਗ ਮਤਲਬ ਭਲੀ ਸੰਗਤ, ਇੱਕ ਹੁੰਦਾ ਸੰਗ, ਜਿਵੇਂ ਆਪਾਂ ਕਹਿੰਦੇ ਕਿਰਤ ਤੇ ਸੁਕਿਰਤ, ਪੁੱਤਰ ਤੇ ਸੁਪੁੱਤਰ, ਸੰਗ ਤੇ ਸੁਸੰਗ ਮਤਲਬ ਉੱਤਮ ਸੰਗਤ। ਹੇ ਦਾਤਾ ਜੀ, ਮੇਰੇ 'ਚ ਔਗਣ ਬੜੇ ਨੇ, ਮੇਰੇ 'ਚ ਗੁਨਾਹ ਬੜੇ ਆ। ਵੇਖੋ ਸਿੱਖ ਜਦੋਂ ਅਰਦਾਸ ਕਰਦਾ ਨਾ, ਤੇ ਇੱਕ ਬੜੇ ਪਿਆਰ ਵਾਲੀ ਕਮਾਲ ਵਾਲੀ ਗੱਲ ਹੈ ਵੀ ਹੇ ਮੇਰੇ ਸਤਿਗੁਰੂ, ਤੂੰ ਵੀ ਸਾਗਰ ਹੈ ਤੇ ਮੈਂ ਵੀ ਸਾਗਰ ਹਾਂ। ਤੇ ਐਂ ਲੱਗਦਾ ਵੀ ਗੁਰੂ ਦੀ ਬਰਾਬਰੀ ਕਰ ਰਿਹਾ, ਪਰ ਸਿੱਖ ਦੀ ਨਿਮਰਤਾ ਵੇਖੋ ਅਰਦਾਸ ਵਿੱਚ। ਹੇ ਸੱਚੇ ਪਾਤਸ਼ਾਹ, ਤੂੰ ਵੀ ਸਾਗਰ ਹੈ ਤੇ ਮੈਂ ਵੀ ਸਾਗਰ ਹਾਂ, ਤੂੰ ਗੁਣਾਂ ਦਾ ਸਾਗਰ ਹੈ ਤੇ ਮੈਂ ਔਗਣਾਂ ਦਾ ਸਮੁੰਦਰ ਹਾਂ। ਜੇਤਾ ਸਮੁੰਦ ਸਾਗਰ ਨੀਰ ਭਰਿਆ, ਤੇਤੇ ਔਗਣ ਹਮਾਰੇ। ਤੂੰ ਗੁਣ ਸਾਗਰ, ਤੂੰ ਗੁਣਾਂ ਦਾ ਸਮੁੰਦਰ ਹੈ ਤੇ ਮੈਂ ਔਗਣਾਂ ਦਾ ਸਾਗਰ ਹਾਂ ਮਹਾਰਾਜ। ਤੂੰ ਮੇਰੀਆਂ ਬੁਰਾਈਆਂ, ਮੇਰੀਆਂ ਕਮੀਆਂ, ਮੇਰਾ ਘਟੀਆਪਣ, ਮੇਰੇ ਔਗਣ, ਮੇਰੇ ਹੈ ਔਗਣ, ਤੂੰ ਗੁਣ ਸਾਗਰ, ਜਾਤ ਰਸਾਤਲ ਸ਼ਰਨ ਤੁਹਾਰੀ ਹੈ। ਮੈਂ ਤੇ ਔਗਣਾਂ ਦਾ ਭਰਿਆ। ਭਾਈ ਗੁਰਦਾਸ ਜੀ ਦੇ ਬਚਨ ਨੇ ਜਿਹੜੇ ਵੀ ਮੇਰੇ 'ਚ ਤੇ ਗੁਨਾਹ ਹੀ ਬੜੇ ਨੇ, ਮੈਂ ਵੀ ਸਾਗਰ, ਮੈਂ ਔਗਣਾਂ ਦਾ, ਤੂੰ ਗੁਣਾਂ ਦਾ ਸਾਗਰ ਹੈ। ਜਿਹੜੇ ਗੁਣੀ ਜਨ ਗੁਰੂ ਦੇ ਸੇਵਕ ਬਣ ਕੇ ਵਿਚਰਨ ਵਾਲੇ ਸੀ ਨਾ, ਉਹਨਾਂ ਕਦੀ ਬਰਾਬਰੀ ਨਹੀਂ ਕੀਤੀ ਗੁਰੂ ਸਾਹਿਬ ਦੀ। ਬੜੇ ਬੜੇ ਗੁਣੀ, ਬੜੇ ਵਿਦਵਾਨ, ਬੜੇ ਲਖਾਰੀ ਕਮਾਲ ਦੇ, ਨਿਪੁੰਨ ਵਿਦਿਆ ਵਿੱਚ, ਜਿਨ੍ਹਾਂ ਦੇ ਪਵਿੱਤਰ ਹਸਤ ਕਮਲਾਂ ਨਾਲ ਦੁਨੀਆ ਦੇ ਉੱਤੇ ਸਭ ਤੋਂ ਪਹਿਲੀ ਵਾਰ ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਸਾਰੀ ਇਕੱਠੀ ਕਰਕੇ ਲਿਖੀ ਗਈ, ਮਾਨਯੋਗ ਭਾਈ ਗੁਰਦਾਸ ਜੀ। ਤੇ ਕਿਤੇ ਉਹਨਾਂ ਨੇ ਇਹ ਨਹੀਂ ਕਿਹਾ ਵੀ ਲੋਕੋ ਆਇਓ ਮੇਰੇ ਪੈਰਾਂ 'ਚ ਮੱਥੇ ਟੇਕਿਓ। ਅੱਜ ਤੁਸੀਂ ਵੇਖਦੇ ਹੋ ਮੇਰੇ ਵਰਗਾ ਮਨੁੱਖ, ਬਾਕੀ ਰੂਹਾਨੀ ਗਿਆਨ ਤੇ ਛੱਡੋ, 2 ਅੱਖਰਾਂ ਦਾ ਵੀ ਚੱਜ ਨਾਲ ਗਿਆਨ ਨਹੀਂ, ਤੇ ਉਹ ਵੀ ਕਹਿੰਦਾ ਸਾਰੇ ਲੋਕ ਆਉਣ ਤੇ ਮੈਨੂੰ ਮੱਥਾ ਟੇਕਣ। ਅਜੀਬ ਜੀ ਫਿਤਰਤ ਬਣ ਗਈ। ਬਹੁਤ ਦੁਨੀਆ ਤੁਸੀਂ ਵੇਖੋਗੇ ਜਿਹੜੇ ਮਾਫੀ ਮੰਗ ਕੇ ਕਹਿੰਦਾ ਵੀ ਬੜੇ ਬੇਹੁਦਾ ਪਸ਼ੂਆਂ ਵਾਂਗੂ, ਜਿਵੇਂ ਪਸ਼ੂ ਖੜਾ ਹੋ ਜਾਂਦਾ ਨਾ, ਥਾਪੀ ਮਾਰ ਕੇ ਲੋਕ ਹੇਠਾਂ ਬਹਿ ਜਾਂਦੇ ਪਸ਼ੂ ਦੇ, ਗਾਂ ਦੇ, ਮੱਝ ਦੇ, ਤੇ ਉਹ ਐਨ ਪਸਮ ਕੇ ਖੜਾ ਹੋ ਜਾਂਦਾ। ਇੱਦਾਂ ਬੜੇ ਨਿੱਠ ਕੇ ਮੱਥੇ ਟਿਕਾਉਣ ਵਾਲੇ, ਜੀਭ ਸੜ ਜੇ ਕਹਿਣ ਵੀ ਭਾਈ ਅਸੀਂ ਔਗਣਾਂ ਦੇ ਭਰੇ ਹਾਂ, ਉਹ ਗੁਰੂ ਸਾਗਰ ਕੋਲ ਚੱਲੀਏ। ਪਰ ਜਦੋਂ ਅਸੀਂ ਤੁਲਨਾ ਕਰਦੇ ਹਾਂ ਗੁਰੂ ਕੇ ਪ੍ਰਵਾਨ ਚੜੇ ਸਿੱਖ, ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਮਹਾਰਾਜ ਜੀ ਸਾਨੂੰ ਕੁਝ ਨਹੀਂ ਆਉਂਦਾ। ਮਾਨਯੋਗ ਭਾਈ ਸਾਹਿਬ ਭਾਈ ਗੁਰਦਾਸ ਜੀ। ਔਰ ਮੈਂ ਫੇਰ ਅਰਜ਼ ਕਰ ਰਿਹਾ, ਦੁਨੀਆ ਉੱਤੇ ਪਹਿਲੀ ਵਾਰ ਜਿਹੜਾ ਅਸੀਂ ਸਰੂਪ ਵੇਖਦੇ ਹਾਂ, ਬਾਣੀ ਨੂੰ ਸੰਪਾਦਨ ਰੂਪ 'ਚ ਵੇਖਦੇ ਹਾਂ, ਜਿਨ੍ਹਾਂ ਦੇ ਪਵਿੱਤਰ ਹਸਤ ਕਮਲਾਂ ਨਾਲੇ ਬਾਣੀ ਲਿਖੀ ਗਈ, ਸਰੂਪ ਵੱਜਾ ਜਿਨ੍ਹਾਂ ਦੇ ਹੱਥਾਂ ਨਾਲ, ਤੇ ਉਹ ਆਪਣੇ ਬਾਰੇ ਕਹਿੰਦੇ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਹਉ ਮੈਂ, ਬੰਦਾ ਵਿਸ਼ੇਸ਼ਣ ਦੱਸਦਾ ਆਪਣੇ ਵੀ ਮੈਂ, ਮੂੰਹ ਸੁੱਜ ਜਾਂਦਾ ਜੇ ਕਿਸੇ ਬੰਦੇ ਦੇ 36 ਵਿਸ਼ੇਸ਼ਣ ਲਾ ਕੇ ਨਾ ਬੋਲਿਆ ਜਾਏ ਵੀ ਮੇਰੀ ਤੇ ਵਡਿਆਈ ਬੜੀ ਹੈ, ਮੇਰੀ ਤੇ ਸੋਭਾ ਬੜੀ ਹੈ। ਪਰ ਉਹ ਸੋਭਾ ਖੱਟਣ ਵਾਲੇ ਕਹਿੰਦੇ ਹਉ ਅਪਰਾਧੀ ਗੁਨਾਹਗਾਰ, ਹਉ ਬੇਮੁਖ ਮੰਦਾ, ਚੋਰ ਯਾਰ ਜਵਾਰ ਹਮ, ਪਰ ਘਰ ਜੋ ਹੰਦਾ, ਨਿੰਦਕ ਦੁਸ਼ਟ ਹਰਾਮ ਖੋਰ, ਠੱਗ ਦੇਸ਼ ਠਗੰਦਾ, ਕਾਮ ਕ੍ਰੋਧ ਮਦ ਲੋਭ ਮੋਹ, ਅਹੰਕਾਰ ਕਰੰਦਾ, ਵਿਸ਼ਵਾਸ ਘਾਤੀ ਅਕਿਰਤ ਘਾਣ, ਮੋਹੇ ਕੋ ਨਾ ਰਹੰਦਾ। ਮੈਂ ਕਿਸੇ ਥਾਂ ਜੋਗਾ ਨਹੀਂ ਸੀ, ਪਰ ਮੇਰੇ ਗੁਰੂ ਦੀ ਵਡਿਆਈ ਹੈ ਵੀ ਜਿਹਨੇ ਮੈਨੂੰ ਨਾ ਚੀਜ਼ ਨੂੰ ਰੁਲਦੇ ਹੋਏ ਨੂੰ ਆਪਣੇ ਚਰਨਾਂ 'ਚ ਜਗ੍ਹਾ ਦੇ ਦਿੱਤੀ।
मैं तो रुलदा फिरदा सी, मैं मोए को ना रहंदा, सिमर मरीदा ढाडिया गुर सद बख्शंदा। गुरु मेहरबान है। तुम पार सहाम लो मिल कंचन हुआ राम। मेरे है औगण तू गुण सागर जात रसातल शरण तुहारी है। तो भाई साहब जी की कमाल की बेनती है जी। मैं ये थोड़ा ध्यान जरूरी देना भी असी अपने आप को वेखीए तो अपने आले दुआले भी वेखीए। सिख का की धर्म है, जिमें ज्यों ज्यों फल लगता है तो रुख नीवा हुंदा है, ज्यों ज्यों सिख आत्मक तौर पर तरक्की करता त्यों त्यों उहदे च निमरता आउंदी है। पर अज वो कहता मैं बाकी सिखां दे बराबर बैठा, मेरी गद्दी उच्ची होवे, मैनू तो उदा ही मत्था टेको जिवें श्री गुरु ग्रंथ साहब नूं टेकदे हो। और उदां दे कमले असीं बने, लैना लग गईयां साध संगत। सीर ना सुसंग में, महाराज जी ये संतोख सिंह जड़ा है ना, यदी बिरती उच्ची नहीं हुई। मैं बहुत गुनाहगार हाँ, मेरे बहुत औगण ने, तू दयालु पातशाह मेहर कर। मैं चंगी संगत विच बैठण जोगा नहीं महाराज, कदी मैं बैठा नहीं, मेल नहीं होया मेरा महाराज जी, मैं कदी संगत नहीं की चंगी। सीर मतलब बैठना, हिस्सा लेना, समा गुजारना। सीर ना सुसंग में, कुसंग में संतोख सिंह। ये पापी गुनाहगार कुसंगत वल जांदा है, सत संगत वल नहीं आउंदा। रम्यो नित पापन में मिलियो कब धीर ना। मैं गुनाहां विच गलतान रहिंदा ते कदी मेरे अंदर ठम्मा धीरज टिकाओ नहीं आया, मैं तो बेचैन भटकदा रहिंदा। एक एक अखर नूं ध्यान नाल सुनियो। ये छोटा जिहा बंद लिखिया, सीर ना सुसंग में कुसंग में संतोख सिंह, रम्यो नित पापन मो मिलियो कब धीर ना। महाराज जी मेरे च कोई गुण नहीं है, मैं कुसंगत विच गलतान, मैं सत संगत तो भटकिया होया, मेरे अंदर कोई ठम्मा नहीं, धीरज टिकाओ नहीं, भटकण वाला है महाराज। मैं औगणा गुनाहां दा भरिया होया हाँ। धीर ना धरत काम लंपट कठोर। धीरज नहीं रखदा मेरा मन, टिकाओ नहीं रखदा, वासनावां दे विच मन भटकण वाला है। कूर बोरियो मैं विकारन मैं भयो मन तीर ना। मेरा मन हर वेले झूठ वाले पासे गलतान रहिंदा है, विकारां दे विच डुबिया रहिंदा है। भयो मन तीर, तीर मतलब सिद्धा, बड़ा वल छल करदा है मन, बड़े दे अंदर विंग टेढ़ पए होए आ। ये तीर वांग मेरा मन सीधा नहीं होया। तीर ना पछानियो तुम्हें दूर कर जानियो प्रभु। दूजे तीर दा अर्थ है नेड़े। हे दाता जी तू नेड़े सी, पर मैं तेनों पेखत चाखत कहीत अंधा। जरा महाराज ने हुक्म बख्शिया, जै जै पेखों तह हजूर, दूर कतहू ना जाई, रव रहा सरबतर में मन सदा ध्याई। पर हुण मेरी बदकिस्मती की है, तीर ना पछानियो तुम्हें। तू नेड़े सी ते मैं मूर्ख ने कहा रब दूर ही रहिंदा, किते असमान ते रहिंदा। मेरे च औगण नहीं, मेरियां अखां नहीं खुलियां, मैं संगत विच नहीं बैठा, मैं वासनावां विच, मैं काम विकारां च भटकण वाला, मेरा मन सीधा नहीं होया। तीर ना पछानियो तो मैं दूर कर जानियो प्रभु। मैं तेनों नेड़े नहीं वेख सकिया महाराज, प्रभ नेर हूं ते नेरिया। सदा हे दाता जी मैं तुहानू दूर समझदा रहा। अपने उधार की विचारे तत्बीर ना। मेरा किवें भला होएगा ये मैं कदी सोच ही नहीं सोच सकिया। वीर ना भगत भेख धारे हित नारी जिम। दो गुण होने चाहिए सी, जां सूरमा ते जां भगत। ते महाराज जी मेरे च कोई भी गुण नहीं है, ना मैं वीर सूरवीर ते ना मैं भगत। ते मेरी ते हालत उहदे वर्गी है जड़ा निरप कन्या कै कारण है, एक भया भेख धारी कामार्थी स्वार्थी, पर तू बख्शिंद बड़ा वाकी पैज सवारी। जड़ा वासनावां विच अन्ना होया, अपने लब विच फसिया होया, भेख बना के, अडंबर बना के, दिखावा बना के, नकली रूप बना के चलिया गया अपने आप को विष्णु साबित करने लई। ते जिदन विपता च फसिया ते हे वाहिगुरू जी तू उस पखंडी दी भी लाज रख लई। नाम दे ही सही तेरे सिखां महाराज जी साडी भी लाज रखियो। नाम भरियो
ਨਾਮ ਧਰੀ ਕੀ ਸਹੀ, ਮੈਨੂੰ ਲੋਕੀ ਚੰਗੇ ਮਾੜੇ ਨੂੰ ਜਿੱਦਾਂ ਦਾ ਵੀ ਹੈ ਤੇਰਾ ਕਹਿੰਦੇ ਆ ਲੋਕੀ। ਲੋਕੀ ਕਹਿੰਦੇ ਆ ਗੁਰੂ ਕੇ ਸਿੱਖ ਨੇ ਮਹਾਰਾਜ। ਤੇ ਹੇ ਸੱਚੇ ਪਾਤਸ਼ਾਹ ਜੀ, ਅਰਥ ਇਹ ਨਹੀਂ ਹੈ ਕਿ ਮੈਂ ਕੌਣ ਆ, ਅਰਥ ਇਹ ਹੈ ਕਿ ਤੂੰ ਵੱਡਾ, ਜਿਹਦੇ ਕਰਕੇ ਲੋਕ ਜਾਣਦੇ ਆ ਵੀ ਇਹ ਗੁਰੂ ਗੋਬਿੰਦ ਸਿੰਘ ਜੀ ਦੇ ਸਿੱਖ ਨੇ। ਇਸ ਵਾਸਤੇ ਇਹ ਮੇਰੀ ਪੱਤ ਨਹੀਂ, ਤੇਰੀ ਪੱਤ ਹੈ। ਮੇਰੇ ਗੁਨਾਹਾਂ ਨੂੰ ਕੱਜੀ ਤੇ ਆਪਣੇ ਬਿਰਦ ਦੀ ਲਾਜ ਰੱਖੀ। ਮੈਨੂੰ ਲੋਕ ਸਿੱਖ ਕਹਿੰਦੇ, ਨਾਮ ਪਰਿਓ ਲੋਕਾਂ 'ਚ ਪ੍ਰਚਲਿਤ ਮੈਂ। ਭਗਤ ਗੋਬਿੰਦ ਕਾ ਇਹ ਰਾਖੋ ਪੈਜ ਤੁਮਾਰੀ। ਮਹਾਰਾਜ ਜੀ, ਜਿਸ ਤਰ੍ਹਾਂ ਦਾ ਵੀ ਹੈਗਾ ਆ, ਜੁੜਦਾ ਤੇਰੇ ਚਰਨਾਂ ਨਾਲ ਮੇਰਾ ਨਾਂ ਆ। ਤੇਰਾ ਵੱਜਦਾ ਮੈਂ ਤੇਰਾ, ਤੇ ਜੇ ਤੇਰਾ ਵੱਜਦਾ ਤੇ ਫਿਰ ਹੁਣ ਮੇਰੀ ਚੰਗਿਆਈ ਬੁਰਿਆਈ ਨਾ ਵੇਖ ਪਾਤਸ਼ਾਹ। ਇਹ ਤੇ ਮੈਨੂੰ ਪਤਾ ਮੇਰੇ 'ਚ ਗੁਣ ਕੋਈ ਨਹੀਂ, ਪਰ ਲੋਕੀ ਕਹਿੰਦੇ ਆ ਵੀ ਤੇਰਾ ਹੈ। ਇਸ ਲਈ ਢਹਿ ਕੇ ਮੈਂ ਇਹੀ ਗੁਜ਼ਾਰਿਸ਼ ਕਰਦਾ ਵੀ ਜਿਸ ਤਰ੍ਹਾਂ ਦਾ ਵੀ ਹਾਂ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਖਸਮਾਨਾ ਕਰ ਪਿਆਰੇ ਪ੍ਰਭ ਜੀ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ ਪ੍ਰਭ ਜੀ, ਖਸਮਾਨਾ ਕਰ ਪਿਆਰੇ। ਖਸਮਾਨਾ ਕਰ ਪਿਆਰੇ ਪ੍ਰਭ ਜੀ, ਖਸਮਾਨਾ ਕਰ ਪਿਆਰੇ, ਖਸਮਾਨਾ ਕਰ ਪਿਆਰੇ ਪ੍ਰਭ ਜੀ, ਕਰ ਪਿਆਰੇ। ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ, ਬੁਰੇ ਭਲੇ ਹਮ ਥਾਰੇ। ਸੀਰ ਨਾ ਸੁਸੰਗ ਮੈਂ, ਕੁਸੰਗ ਮੈਂ ਸੰਤੋਖ ਸਿੰਘ, ਰਮਿਓ ਨਿਤ ਪਾਪਨ ਮੋ, ਮਿਲਿਓ ਕਬ ਧੀਰ ਨਾ, ਧੀਰ ਨਾ ਧਰਤ ਕਾਮ, ਲੰਪਟ ਕਠੋਰ ਕੂਰ, ਬੋਰਿਓ ਮੈਂ ਬਿਕਾਰਨ ਮੈਂ, ਭਇਓ ਮਨ ਤੀਰ ਨਾ, ਤੀਰ ਨਾ ਪਛਾਨਿਓ ਤੁਮੈ, ਦੂਰ ਕਰ ਜਾਣਿਓ ਪ੍ਰਭੂ, ਆਪਣੇ ਉਧਾਰ ਕੀ ਵਿਚਾਰੀ ਤਤਬੀਰ ਨਾ, ਵੀਰ ਨਾ ਭਗਤ ਭੇਖ ਧਾਰੀ, ਹਿਤ ਨਾਰੀ ਜਿਮ। ਜਿਵੇਂ ਇਸਤਰੀ ਦੇ ਵਾਸਤੇ ਇੱਕ ਭਇਓ ਭੇਖ ਧਾਰੀ, ਕਾਮਾਰਥੀ ਸਵਾਰਥੀ ਬਾਕੀ ਪੈਜ ਸਵਾਰੀ, ਰਾਖੀ ਪੈਜ ਤੈਸੇ ਮੇਰੀ, ਹੇਰੋ ਤਕਸੀਰ ਨਾ, ਮੇਰੇ ਗੁਨਾਹ ਨਾ ਵੇਖਿਓ, ਮੇਰੇ ਕਰਮ ਨਾ ਵੇਖਿਓ ਪਾਤਸ਼ਾਹ। ਜਿਵੇਂ ਪਾਪੀਆਂ ਦੀ ਲਾਜ ਰੱਖੀ ਸੀ ਨਾ, ਆਪਣਾ ਸੇਵਕ ਜਾਣ ਕੇ, ਗੁਣ ਮੇਰੇ ਵਿੱਚ ਕੋਈ ਨਹੀਂ, ਪਰ ਆਪਣੇ ਬਿਰਦ ਦੀ ਪੈਜ ਰੱਖੋ, ਮੈਂ ਤੁਹਾਡੇ ਚਰਨਾਂ ਦਾ ਸੇਵਕ ਹਾਂ। ਇੱਦਾਂ ਅਰਦਾਸ ਕੀਤੀ ਸਿੱਖ ਨੇ ਜੀ। ਭਾਈ ਸੰਤੋਖ ਸਿੰਘ ਜੀ ਅਗਲਾ ਅਧਿਆਇ ਸ਼ੁਰੂ ਕਰਦੇ, ਅਗਲਾ ਚੈਪਟਰ ਸ਼ੁਰੂ ਕਰਦੇ। ਕਹਿੰਦੇ ਮੈਂ 10 ਪਾਤਸ਼ਾਹੀਆਂ ਦਾ ਧਿਆਨ ਧਰ ਕੇ ਨਮਸਕਾਰ ਕਰਦਾ, ਪਰ ਪਹਿਲਾਂ ਮੈਂ ਆਪਣੀ ਕਰਤੂਤ ਦੱਸ ਲਾਂ। ਅਰਦਾਸ ਕਰਾਉਣੀ ਹੈ ਜੀ, ਤੇ ਪੁੱਛੋ ਕਾਹਦੀ ਅਰਦਾਸ ਕਰਾਉਣੀ ਹੈ? ਮੈਂ ਇੰਨੇ ਪਾਠ ਕੀਤੇ ਆ, ਮੈਂ ਇੰਨੇ ਦਿਨ ਸੇਵਾ ਕੀਤੀ ਹੈ, ਮੈਂ ਇੰਨੀ ਮਾਇਆ ਦੀ ਅਰਦਾਸ ਕਰਾਉਣੀ ਹੈ, ਮੈਂ ਇੰਨੀ ਸੇਵਾ ਦੀ ਅਰਦਾਸ ਕਰਾਉਣੀ ਹੈ, ਮੈਂ ਇੰਨਾ ਦਾਨ ਕੀਤਾ ਉਹਦੀ ਅਰਦਾਸ ਕਰਾਉਣੀ ਹੈ। ਭਾਈ ਸੰਤੋਖ ਸਿੰਘ ਕਹਿੰਦੇ ਮੈਂ ਅਰਦਾਸ ਕਰਨ ਲੱਗਾ ਵੀ ਮੇਰੇ ਔਗਣ ਬਹੁਤ ਨੇ, ਮੈਂ ਤਾਂ ਅਰਦਾਸ ਕਰਨਾ, ਮੈਂ ਕੀਤਾ ਕੱਖ ਨਹੀਂ, ਮੈਂ ਦਿੱਤਾ ਕੱਖ ਨਹੀਂ, ਮੇਰੇ ਪੱਲੇ ਕੱਖ ਨਹੀਂ ਹੈ, ਪਰ ਮੈਂ ਅਰਦਾਸ ਕਰਨਾ ਹੈ। ਮਿਟ ਕੇ ਅਰਦਾਸ ਕਰਨਾ ਤੇ ਕੁਝ ਹੋ ਕੇ ਅਰਦਾਸ ਕਰਨਾ। ਵੀ ਅਰਦਾਸੀਆ ਸਿੰਘ ਜੀ ਦੱਸ ਦਿਓ ਅਰਦਾਸ ਵਿੱਚ। ਤੇ ਅਰਦਾਸੀਆ ਵੀ ਮੇਰਾ ਵੀਰ ਜਿਹੜਾ ਉਹ ਗੁਰੂ ਨੂੰ ਨਹੀਂ ਸੁਣਾ ਰਿਹਾ ਹੁੰਦਾ, ਉਹ ਲੋਕਾਂ ਨੂੰ ਸੁਣਾ ਰਿਹਾ ਹੁੰਦਾ ਵੀ ਭਾਈ ਸਾਹਿਬ ਨੇ ਕਮਾਲ ਕਰ ਦਿੱਤੀ, ਆ ਵੀ ਦਿੱਤਾ, ਆ ਵੀ ਦਿੱਤਾ, ਆ ਵੀ ਦਿੱਤਾ। ਭਾਈ ਸਾਹਿਬ ਮੰਗਤਾ ਬਣ ਕੇ ਆਏ ਕਿ ਭਾਈ ਸਾਹਿਬ ਦਾਤਾ ਬਣ ਕੇ ਆਏ? ਆ ਸਿੱਖੀਏ ਸਾਧ ਸੰਗਤ ਜੀ, ਵਿਦਵਾਨ ਨੇ, ਗੁਣੀ ਨੇ, ਤੇ ਅਰਦਾਸ ਕਰਦੇ ਮਹਾਰਾਜ ਮੇਰੇ ਪੱਲੇ ਕੱਖ ਨਹੀਂ, ਨਾ ਮੈਂ ਭਗਤ ਤੇ ਨਾ ਮੈਂ ਸੂਰਮਾ, ਨਾ ਮੈਂ ਗੁਣੀ ਤੇ ਨਾ ਮੈਂ ਸਤ ਸੰਗੀ, ਨਾ ਮੈਂ ਧੀਰਜ ਵਾਲਾ ਤੇ ਨਾ ਮੈਂ ਸਿੱਧਾ ਸਾਦਾ, ਪਰ ਤੁਸੀਂ ਜਿਵੇਂ ਰੱਖੀ ਸੀ ਨਾ ਪਾਪੀਆਂ ਦੀ, ਉਵੇਂ ਰੱਖ ਲਓ ਮਹਾਰਾਜ, ਜੈਸੇ ਰਾਖੀ ਭਗਤ ਪ੍ਰਹਿਲਾਦ ਕੀ।
ਜਿਵੇਂ ਤੁਸੀਂ ਆਪਣੇ ਪਿਆਰਿਆਂ ਦੀ ਸ਼ਰਨਾਇਆਂ ਦੀ ਰੱਖਦੇ ਹੋ, ਇੱਦਾਂ ਮਹਾਰਾਜ ਜੀ ਸਾਡੀ ਵੀ ਰੱਖ ਲਓ। ਭਾਈ ਸੰਤੋਖ ਸਿੰਘ ਜੀ ਨੇ ਨਿੱਜੀ ਬੇਨਤੀ, ਨਿੱਜੀ ਆਪਣੇ ਆਪ ਵੱਲੋਂ ਇੱਦਾਂ ਕੀਤੀ। ਇੱਕ ਓੰਕਾਰ ਸਤਿਗੁਰ ਪ੍ਰਸਾਦ। ਵਾਹਿਗੁਰੂ ਜੀ ਕੀ ਫਤਿਹ। ਸ਼੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ। ਵਾਹਿਗੁਰੂ ਜੀ ਇੱਕ ਹਨ, ਇੱਕ ਰਸ, ਸਾਰੀ ਕਾਇਨਾਤ ਵਿੱਚ ਵਿਆਪਕ ਨੇ। ਆਓ ਗੁਰੂ ਦੀ ਬਖਸ਼ਿਸ਼ ਲਈਏ, ਸਤਿਗੁਰੂ ਪ੍ਰਾਪਤ ਹੋਣ। ਵਾਹਿਗੁਰੂ ਸਾਨੂੰ ਫਤਿਹ ਵਾਹਿਗੁਰੂ ਜੀ ਦੀ ਹੈ, ਜਿਹਦਾ ਖਾਲਸਾ ਆ। ਤੇ ਨਾਲ ਕਿਹਾ ਸ਼੍ਰੀ ਨਾਨਕ ਅੰਗਦ ਅਮਰ ਰਾਮਦਾਸ ਅਰਜਨ। ਧੰਨ ਗੁਰੂ ਨਾਨਕ ਸਾਹਿਬ। ਧਿਆਨ ਧਰੀਏ ਸਾਰੇ, ਜਿਵੇਂ ਅਸੀਂ ਅਰਦਾਸ ਕਰਦੇ ਹਾਂ। ਪ੍ਰਥਮ ਭਗਉਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਸੁਰਤ ਜੁੜਨੀ ਚਾਹੀਦੀ ਹੈ। ਸਾਰਾ ਦਸੇ ਪਾਤਸ਼ਾਹੀਆਂ ਹਾਜ਼ਰ ਨਾਜ਼ਰ ਸਾਡੇ ਨਾਲ ਖੜੀਆਂ। ਸਦਾ ਹਜ਼ੂਰ ਹਾਜ਼ਰ ਹੈ ਨਾਜ਼ਰ। ਜੈ ਜੈ ਪੇਖੋਂ ਤੈਂ ਹਜ਼ੂਰ। ਇੱਦਾਂ ਅਰਦਾਸ ਕਰਨੀ ਸਿੱਖਣੇ, ਇੱਦਾਂ ਦੇ ਬੋਲ ਨੇ ਅਰਦਾਸ ਦੇ ਜੀ। ਗੁਰੂ ਨਾਨਕ ਲਈ ਧਿਆਏ, ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਏ ਸਹਾਏ। ਅਰਜਨ ਹਰ ਗੋਬਿੰਦ ਸਿਮਰੋ ਸ਼੍ਰੀ ਹਰਿ ਰਾਏ। ਸ਼੍ਰੀ ਹਰਿ ਕ੍ਰਿਸ਼ਨ ਧਿਆਈਐ, ਜਿਸ ਡਿਠੈ ਸਭ ਦੁੱਖ ਜਾਏ। ਤੇਗ ਬਹਾਦਰ ਸਿਮਰਿਆ, ਘਰ ਨੌ ਨਿਧ ਆਵੈ ਧਾਏ। ਸਭ ਥਾਈ ਹੋਏ ਸਹਾਏ। ਇੱਥੋਂ ਤੱਕ ਦਸਮ ਪਾਤਸ਼ਾਹ ਦੇ ਲਿਖੇ ਹੋਏ ਬਚਨ ਨੇ, ਬਾਣੀ ਇੱਥੋਂ ਤੱਕ ਗੁਰੂ ਦੀ ਜਿਹੜਾ ਪੜ੍ਹਦੇ ਨਾ, ਸਭ ਥਾਈ ਹੋਏ ਸਹਾਈ, ਇੱਥੋਂ ਤੱਕ। ਫਿਰ ਅੱਗੇ ਸਿੱਖਾਂ ਨੇ ਅਰਦਾਸ ਦੇ ਬਚਨ ਘੜੇ ਕਮਾਏ, ਐਵੇਂ ਨਹੀਂ ਲਿਖ ਦਿੱਤੇ। ਖੋਪਰੀਆਂ ਲੋਹਾਈਆਂ ਚਰਖੀਆਂ ਤੇ ਚੜੇ, ਆਰਿਆਂ ਨਾਲ ਚਰਾਏ ਗਏ, ਐਵੇਂ ਕਵਿਤਾ ਦੇ ਬੋਲ ਨਹੀਂ ਲਿਖ ਦਿੱਤੇ। ਅੱਜ ਬੜੇ ਲੋਕੀ ਲਿਖ ਰਹੇ ਆ ਇੱਦਾਂ ਦੀਆਂ, ਬਰਾਬਰੀ ਕਰਨ ਵਾਸਤੇ, ਰੀਸ ਕਰਨ ਵਾਸਤੇ। ਪਰ ਸਿੱਖਾਂ ਨੇ ਅਰਦਾਸ ਕਮਾਈ ਹੈ, ਤੇ ਤਾਂ ਸਿੱਖ ਇੱਥੇ ਖੜ ਕੇ ਬੋਲਦੇ ਆ ਸਾਧ ਸੰਗਤ। ਸੋ ਮਹਾਰਾਜ ਸੱਚੇ ਪਾਤਸ਼ਾਹ ਦਾ ਧਿਆਨ ਧਰਿਆ, ਗੁਰੂ ਸਾਹਿਬਾਨਾਂ ਦਾ। ਸ਼੍ਰੀ ਗੁਰੂ ਨਾਨਕ, ਗੁਰੂ ਅੰਗਦ ਸਾਹਿਬ, ਸਾਹਿਬ ਗੁਰੂ ਅਮਰਦਾਸ, ਗੁਰੂ ਰਾਮਦਾਸ, ਧੰਨ ਗੁਰੂ ਅਰਜਨ ਦੇਵ ਹਜ਼ੂਰ ਜੀ ਦਾ। ਹਰਿ ਗੋਬਿੰਦ ਹਰਿ ਰਾਏ ਗੁਰ, ਹਰਿ ਕ੍ਰਿਸ਼ਨ ਪਗ ਮੰਨ। ਮੈਂ ਗੁਰੂ ਹਰਿਕ੍ਰਿਸ਼ਨ ਮਹਾਰਾਜ ਦੇ ਚਰਨਾਂ ਦਾ ਧਿਆਨ ਧਰਦਾ। ਗੁਰੂ ਹਰਗੋਬਿੰਦ ਸਾਹਿਬ, ਗੁਰੂ ਹਰਿ ਰਾਏ ਸਾਹਿਬ ਜੀ ਨੂੰ ਨਮਸਕਾਰ ਕਰਦਾ। ਤੇਗ ਬਹਾਦਰ ਦਸਮ ਗੁਰ, ਸਭ ਕੇ ਚਰਨ ਮਨਾਏ। ਧੰਨ ਗੁਰੂ ਤੇਗ ਬਹਾਦਰ ਪਾਤਸ਼ਾਹ ਤੇ ਦਸ਼ਮੇਸ਼ ਪਾਤਸ਼ਾਹ ਜੀ, ਕਲਗੀਧਰ ਪਾਤਸ਼ਾਹ ਜੀ, ਸਾਹਿਬ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ, ਦੀਨ ਦੁਨੀਆ ਦੇ ਮਾਲਕ ਜੀ, ਬਬੇਕ ਦੇ ਦਾਤੇ ਜੀ, ਮੁਰਦਿਆਂ ਨੂੰ ਜਿਵਾਉਣ ਵਾਲੇ ਪਾਤਸ਼ਾਹ, ਗੈਰਤ ਦੇ ਦਾਤੇ, ਪੁੱਤਰਾਂ ਦੇ ਦਾਨੀ ਸਤਿਗੁਰ ਜੀ, ਮੈਂ ਤੁਹਾਡੇ ਚਰਨਾਂ ਦੇ ਵਿੱਚ ਸੀਸ ਟਿਕਾਉਂਦਾ ਹਾਂ। ਰੁੱਤ ਬਰਨੋ ਅਬ ਤੀਸਰੇ ਜਿਮ ਦੇਵੀ ਮਿਰਤਾਏ। ਹੁਣ ਤੀਜੀ ਰੁੱਤ ਦਾ ਵਰਣਨ ਗੁਰੂ ਸਾਹਿਬ ਜੀ ਨੇ ਲੋਕਾਂ ਦੇ ਮਨਾਂ ਦੇ ਵਿੱਚੋਂ ਭਰਮ ਕੱਢਣ ਵਾਸਤੇ, ਕਿਉਂਕਿ ਦੇਵੀ ਦੇਵਤਿਆਂ ਦਾ ਪ੍ਰਭਾਵ ਬੜਾ ਸੀ। ਔਰ ਸਭ ਤੋਂ ਵੱਡੀ ਗੱਲ ਵੀ ਆਨੰਦਪੁਰ ਸਾਹਿਬ ਦੇ ਸਾਹਮਣੇ ਉਹ ਸਥਾਨ ਸੀ ਜਿੱਥੇ ਲੋਕੀ ਬੜੇ ਜਾਂਦੇ ਸੀ। ਤੇ ਗੁਰੂ ਪਾਤਸ਼ਾਹ ਜੀ ਨੇ ਇੱਕ ਤਰਸ ਕੀਤਾ ਵੀ ਮਾਨਸਿਕਤਾ ਦੇ ਵਿੱਚੋਂ ਭਰਮ ਨੂੰ ਕੱਢ ਕੇ ਧਰਮ ਦਾ ਬੂਟਾ ਲਾਇਆ ਜਾਏ, ਅਕਾਲ ਪੁਰਖ ਵਾਹਿਗੁਰੂ ਜੀ ਨਾਲ ਜੋੜਿਆ ਜਾਏ। ਤਾਂ ਸਤਿਗੁਰੂ ਜੀ ਨੂੰ ਸੱਚ ਉਜਾਗਰ ਕੀਤਾ ਵੀ ਭਾਈ ਦੁਨੀਆ ਦੇ ਉੱਤੇ ਕਿਸੇ ਨੇ ਆ ਕੇ ਪ੍ਰਗਟ ਹੋ ਕੇ ਤੁਹਾਡੀ ਤਕਦੀਰ ਨਹੀਂ ਬਦਲਣੀ। ਕਰਤਾ ਪੁਰਖ ਵਾਹਿਗੁਰੂ ਜੀ ਦਾ ਧਿਆਨ ਧਰੋ, ਅੰਦਰ ਸੂਰਮ ਗਤੀ ਪੈਦਾ ਕਰੋ, ਅਕਾਲ ਪੁਰਖ ਵਾਹਿਗੁਰੂ ਜੀ ਨੂੰ ਅੰਗ ਸੰਗ ਜਾਣੋ, ਤੇ ਸ੍ਰੀ ਸਾਹਿਬ ਦੇ ਮੁੱਠੇ ਤੇ ਹੱਥ ਪਾ ਕੇ ਜ਼ੁਲਮ ਦਾ ਨਾਸ ਕਰੋ। ਵਾਹਿਗੁਰੂ ਜੀ ਦੀ ਕਲਾ ਤੁਹਾਡੇ ਰਾਹੀਂ ਵਰਤਣੀ ਹੈ, ਕਿਸੇ ਦੇਵੀ ਦੇਵਤੇ ਨੇ ਅਸਮਾਨ ਤੋਂ ਨਹੀਂ ਆਉਣਾ। ਉਹਦੇ ਲਈ ਮਹਾਰਾਜ ਨੇ ਫਿਰ ਇੱਕ ਕੌਤਕ ਰਚਿਆ। ਇਹ ਸਾਰਾ ਅਧਿਆਏ ਉਸ ਤੇ ਪ੍ਰਥਾਏ ਹੈ, ਭਰਮ ਕੱਟਣ ਵਾਲਾ ਅਧਿਆਏ ਕਹਿ ਸਕਾਂਗੇ ਇਹਨੂੰ ਅਸੀਂ। ਜਿਹੜੀ ਝੂਠੀ ਆਸਤਾ 'ਚ ਜੱਗ ਬੈਠਾ ਸੀ ਨਾ, ਅੱਜ ਵੀ ਕਈ ਲੋਕੀ ਕਹਿੰਦੇ ਬੱਲੇ ਬੱਲੇ ਕੋਈ ਉੱਪਰੋਂ ਆਏਗਾ ਨਾ ਉਤਰ ਕੇ ਫਿਰ ਤਕਦੀਰ ਬਦਲ ਦੇਗਾ। ਉੱਪਰੋਂ ਨਹੀਂ ਆਉਣਾ, ਤੁਹਾਡੇ ਅੰਦਰ ਉਹ ਸਾਰਾ ਕੁਝ ਗੁਰੂ ਨੇ ਰੱਖਿਆ ਸਭ ਦੇ, ਹਰ ਸਿੱਖ ਦੇ ਅੰਦਰ। ਅੱਜ ਵੀ ਆਸ ਰੱਖਦੇ ਆ ਕੁਝ ਨੇ, ਤੇ ਇੱਥੋਂ ਤੱਕ ਵੀ ਪ੍ਰਚਾਰਿਆ ਵੀ ਕੋਈ ਅਵਤਾਰ ਆਉਣਾ। ਕੋਈ ਕਹਿੰਦੇ ਬਾਬਾ ਜਰਨੈਲ ਸਿੰਘ ਜੀ ਆ ਜਾਣਗੇ, ਪਤਾ ਨਹੀਂ। ਹਰ ਸਿੱਖ ਦੇ ਅੰਦਰ ਸਾਹਿਬ ਨੇ ਆਪਣੇ ਪੁੱਤਰਾਂ ਦਾ ਖੂਨ ਨਿਸ਼ਾਵਰ ਕਰਕੇ ਨਾ ਉਹ ਜਜ਼ਬਾ ਪੈਦਾ ਕੀਤਾ। ਅਸੀਂ ਨਾ ਕਰੀਏ, ਕੋਈ ਉੱਪਰੋਂ ਕੋਈ ਤਾਕਤ ਆਏਗੀ ਤੇ ਕਰੇਗੀ। ਸੋ ਇਹ ਭਰਮ ਸਤਿਗੁਰੂ ਜੀ ਨੇ ਇੱਥੇ ਨਿਵਾਰਿਆ ਵੀ ਭਾਈ ਕਿਸੇ ਪੂਜਾ ਵਿਧੀਆਂ ਜੁਗਤਾਂ ਆਸਨ ਉਹ ਮੰਤਰਾਂ ਜੰਤਰਾਂ ਦੇ ਨਾਲ ਕਿਸੇ ਦੇਵੀ ਦੇਵਤੇ ਨਹੀਂ ਆਉਣਾ। ਜੋ ਬਾਣੀ ਦਾ ਕਥਨ ਹੈ ਨਾ, ਆਪਣ ਹੱਥੀਂ ਆਪਣਾ ਆਪੇ ਹੀ, ਇੰਨਾ ਆਤਮ ਵਿਸ਼ਵਾਸ ਭਰਿਆ। ਜਿਹੜੀ ਕਰਾਮਾਤ ਗੁਰੂ ਸਾਹਿਬ ਨੇ ਵਰਤਾਈ, ਉਹ ਸਮਾਨ ਤੋਂ ਦੇਵੀਆਂ ਉਤਾਰਨ ਵਾਲੀ ਨਹੀਂ,
बल्कि मुर्दियां दे अंदर जुरत भर के ਜਿਹੜੇ बचन कहे सी 1.25 लाख से एक लड़ाऊं, वो दैवी शक्ति आसमान तो उतर के किसी ने लड़न जोगी नहीं आनी, बल्कि कल्ले कल्ले सिख दे अंदर पैदा की। ये करामात साहब ने वरताए। वो ये बड़ा प्यारा जिहा प्रसंग है, किवें भरम कट्टिया महाराज ने। भाई संतोख सिंह जी कहते मैं वो बयान करदा हाँ, देज खोजन है सतगुरु चितवत इनको पाए। बड़ा भरम सी। कईयां ने तो गुरु साहब ने ज्ञानी ज्ञान सिंह का जिक्र किया तवारी गुरु खालसा च, कुछ ने आके कहा महाराज जी बड़ी साड़ सती आई है, तुसी शनि की पूजा करो। इदां ही लोगों को गुमराह करके लुटिया जाता सी। किसी ने कहा बड़े देवी देवतियां की पूजा करो, कोई आएगा तकदीर बदल देगा। महाराज चाहते सन भी इन्होंने लोगों के मनां चों भरम कड्ढे जाण, क्योंकि जिस खालसे की सतगुर जी घाट घड़ रहे ने ਉਹਦੇ अंदर रंचक मात्र भी खोट रह गई तो वह खालसा गुरु गोबिंद सिंह जी वर्गा नहीं बन सकता। जिस तरह का खालसा गुरु गोबिंद सिंह जी ने बनाना है वो घट्टो घट किस म्यार का होवे, किस क्वालिटी का होवे, गुरु गोबिंद सिंह जी वर्गा। तुसीं अंदाजा लाओ वो क्वालिटी किन्नी क शुद्ध होएगी, किन्नी क प्योरिटी होएगी ਉਹਦੇ अंदर, एकदम शुद्ध, बिल्कुल प्योर खालस। वो खोट नूं मारन वास्ते भरम रह गया तो खालसा कित्थे? खालसा खास कहावै सोए जां कै हिरदै भरम ना होए। बड़िया ने कई रावां दित्तियां, मानसिकता चों नहीं सी ना निकलदियां गल्लां, जिथों आए सी जिहड़े धरती चों जिहड़े बेस विचों ਉਹਦਾ असर संस्कारां दा सी, जन्मां जन्मां दा सी, कुल्लां खानदानां दा तुरिया आ रहा सी। सो सतगुरु जी ने कहा जो बहुतिया ने इदां दे सोचां रखियां, कई आने वाले इधर उधरों जिहड़ियां लोक रीतां सी वो रीतां नूं तोड़ना, रिवाजां नूं तोड़ना, परंपरावां नूं तोड़ना। बारे कहण लगे जाओ ब्राह्मण लैके आओ गुणी, तुसीं जिहड़े समझदे हो भी देवी देवते प्रगट कर सकते हैं। दिज खोजन हित सतगुर चितवत अन को पाए। सिक्खां नूं कह लियाओ, ਜਿਹੜੇ मशवरे देने वाले सी ना भी मंत्र पढ़िया, अग्नि की पूजा कीतियां, आ होएगा आ होएगा। महाराज ने कहा अग्नि दे पुजारी नहीं, अकाल दे पुजारी। अकाल साडी बाली हुई अग, साडी जगाई हुई जोत सवेरे जगाते हैं, शाम नूं बुझा दिंदे हैं, ये पुजारी नहीं, इन्हों नहीं मत्था टेकते सी। असीं जिहड़ी अखंड जोत है ना, जिहड़ी कदी नहीं बुझदी, जिहड़ी कदी वधदी घटदी नहीं ना, जिमी जमा के बिखै समस्त एक जोत है, ना बाढ़ है ना घाट है, ना घाट बाढ़ होता है। उस अकाल दी जिहड़ी प्रकाश है, नूर ही नूर है जिहदा, ਉਹਦੇ उपासक सी, अग्नि दे नहीं साध संगत। सो गुरु साहब जी कहन लगे भी लियाओ भाई ये भी भरम दूर करते हैं। ਜਿਹੜੇ दावा करते हैं भी असी बहुत गुणवंत हैं। अज एक खबर मैं पढ़ी भी बहुत उत्तम ज्योतिषी सी, बड़े उपाय दसदा सी विघना तो नाश करन दे, ते अखबार की खबर सी अज भी, ते करोना हो गया उन्होंने, तो उसकी मौत हो गई। लोगों को मुसीबतों के उपाय दसन वाले, लोगों का भविख दसन वाले, तो जो वक्त आया तो अपने भविख का पता ही नहीं लग्या भी मैं कल नूं मर जाना। तो साध संगत सतगुरु जी ने सानू अकल दिती, मत दिती, विवेक बुद्धि दिती, गुरमत का ज्ञान दिता। इसलिए असीं ये भरमां च नहीं पैना। महाराज ने एक नाटकी अंदाज नाल इस भरम चों कढ़िया सानू। जिन्हां दी सोच वड़े सी ना ये भरम, उन्होंने क्या लियाओ तुसीं फिरो जिहड़े मंत्र पढ़ के दैवी शक्तियां प्रगट कर सकण। मख मिस करबाओ देश ते लीने बृंद बुलाए। साध संगत एक बहाना भी यज्ञ रचना है, कौन कौन दैवी शक्तियां प्रगट करेगा। बड़े बड़े आ गए जी, खीरा खाण वाले, सुख भोगण वाले, पूजा का धन लैण वाले, साडे च ताकत है, असीं प्रगट कर देंगे। सब नूं बुला लिया गया। तोटक छंद धन दे घनों सब संग भनियो। पहला तो इम्तिहान लिया महाराज ने भी आओ जी किन्ने क तुसीं धर्म दे पक्के हो। अपने धर्म दा अर्थ हुंदा असूल, मान मर्यादा, डिसिपलिन, संचे च जिहदे च ढालिया।
ਇਹ ਜਿੰਨੇ ਵੀ ਧਰਮ ਨੇ ਇੱਕ ਤਰ੍ਹਾਂ ਦੇ ਇੱਕ ਸੰਚਾ ਹੈ, ਉਹਨਾਂ ਦੇ ਪੁਰਖਿਆਂ ਨੇ ਇੱਕ ਐਸਾ ਵਿਧੀ ਵਿਧਾਨ ਬਣਾਇਆ, ਮਾਨ ਮਰਿਆਦਾ ਬਣਾਈ ਜਿਹਦੇ ਅੰਦਰ ਜੀਵਨ ਨੂੰ ਬੰਨ੍ਹਿਆ ਜਾਵੇ। ਸਤਿਗੁਰੂ ਜੀ ਨੇ ਸਾਰੇ ਬੁਲਾ ਕੇ ਨਾ ਦਿਸ ਭਰ ਬਿਪਰ ਸੱਦ ਕੇ ਸਾਰੇ ਆਖਿਆ ਕੋਈ ਗੱਲ ਨਹੀਂ, ਧਨ ਖੁੱਲ੍ਹਾ ਲਓ, ਖਾਣ ਪੀਣ ਲਈ ਖੁੱਲ੍ਹਾ ਲਓ, ਤੁਸੀਂ ਕੋਈ ਚਿੰਤਾ ਨਹੀਂ, ਪਰ ਆਓ ਪਹਿਲਾਂ ਤੁਹਾਡੇ ਅੰਦਰ ਕਿੰਨਾ ਕੁ ਧਰਮ ਹੈ ਇਹ ਪਰਖਦੇ ਹਾਂ। ਇਮ ਦੇਸ਼ ਵਿਦੇਸ਼ ਮਝਾਰ ਸੁਣਿਓ, ਇਮ ਦੇਸ਼ ਮਦੇਸ਼ ਮਝਾਰ ਸੁਣਿਓ। ਬਾਕੀਆਂ ਨੂੰ ਪਤਾ ਲੱਗਾ ਵੀ ਮਹਾਰਾਜ ਕੋਲ ਬੜਾ ਕੁਝ ਮਿਲ ਰਿਹਾ, ਖਾਣ ਨੂੰ ਬਹੁਤ ਕੁਝ ਮਿਲਦਾ ਉੱਥੇ। ਸਾਹਿਬ ਕਹਿੰਦੇ ਤੁਸੀਂ ਧਰਮ ਦੇ ਦਾਅਵੇ ਕਰਦੇ ਹੋ, ਧਰਮ ਦਾ ਉਪਦੇਸ਼ ਕਰ ਦਿੰਦੇ ਹੋ, ਲੋਕਾਂ ਨੂੰ ਧਰਮ ਦਾ ਰਾਹ ਦੱਸਦੇ ਹੋ, ਆਓ ਇਕੱਠੇ ਹੋਵੋ ਤੇ ਪਹਿਲਾਂ ਤੁਹਾਨੂੰ ਪਰਖੀਏ ਤੁਹਾਡੇ 'ਚ ਧਰਮ ਕਿੰਨਾ ਕੁ ਹੈ। ਹੁਣ ਲੋਭੀ ਜਿਹੜਾ ਹੁੰਦਾ ਨਾ, ਮਨ ਲੋਭੀ, ਪੈਸਿਆਂ ਕਰਕੇ ਭੱਜਣ ਵਾਲਾ, ਉਹ ਜਿੱਥੇ ਧਰਮ ਦੀ ਹੇਠੀ ਹੁੰਦੀ ਹੋਏਗੀ ਉੱਥੇ ਵੀ ਭੱਜਾ ਜਾਏਗਾ, ਕੋਈ ਚਿੰਤਾ ਨਹੀਂ, ਲਿਫਾਫਾ ਮਿਲਣਾ ਚਾਹੀਦਾ। ਤੇ ਜੇ ਅੱਖਾਂ ਸਾਹਮਣੇ ਹੁੰਦੀ ਵੀ ਹੋਏਗੀ ਤੇ ਤਾਂ ਵੀ ਬੁੱਲ ਬੰਦ ਕਰ ਲੇਗਾ, ਮੇਰਾ ਕੀ ਜਾਂਦਾ, ਮੈਂ ਤੇ ਡੰਗ ਟਪਾਉਣ ਆਇਆ। ਜਦ ਕਿ ਸਾਹਿਬ ਕਹਿੰਦੇ ਆ ਵੀ ਜੇ ਧਰਮੀ ਹੈ ਤੇ ਫਿਰ ਬੋਲ ਬੋਲ ਸੁ ਧਰਮੀੜਿਆ ਮੋਨ ਕਤ ਧਾਰੀ ਰਾਮ। ਉਹ ਸੁਣ ਸੁਣ ਕੇ ਨਾ ਲਾਲਚ ਵੀ ਬੜਾ ਕੁਝ ਮਿਲਦਾ। ਸਭ ਆਉਣ ਲੱਗੇ ਬਿਪਰ ਇਕੱਠੇ ਹੋ ਕੇ। ਦਵਿਜ ਆਗਮ ਬੇਰ ਸੁਤੀ ਬਿਤ ਜੇ, ਬੜੇ ਸ਼ਰੂਤੀ ਤੇ ਸਿਮਰਤੀ, ਬੜੇ ਪੜ੍ਹਨ ਵਾਲੇ, ਬੜੇ ਯਾਦਾਸ਼ਤ ਵਾਲੇ, ਬੜੇ ਸ਼ਾਸਤਰਾਂ ਦੇ ਗਿਆਤਾ, ਬਹੁਤ ਬਹੁਤ ਗੁਣੀ ਗਿਆਨੀ ਪੰਡਤ ਲੋਕ ਆਉਣ ਲੱਗੇ। ਬਿਤ ਭੇਦ ਖੜਕਨ ਕੇ ਜਿੱਤ ਜੇ। ਹਾਂ, 6 ਤਰ੍ਹਾਂ ਦੇ ਗਿਆਨ ਦੇ ਜਿਹੜੇ ਗਿਆਤਾ ਸਨ, ਖਟ ਕਰਮੀ ਬ੍ਰਾਹਮਣ ਸਭ ਪਹੁੰਚਣ ਲੱਗੇ। ਸਭ ਬੇਰ ਸੋ ਮੰਤਰਣ ਗਿਆਤ ਧਰੈ। ਬੜੇ ਮੰਤਰਾਂ ਦਾ ਗਿਆਨ ਸੀ ਉਹਨਾਂ ਨੂੰ ਜੀ, ਬਹੁਤ ਵੱਡੇ ਵੱਡੇ ਗ੍ਰੰਥ ਉਹਨਾਂ ਨੂੰ ਯਾਦ ਸਨ। ਜਿਨ ਕੋ ਪਾਠ ਦੇ ਪ੍ਰਸੰਨ ਕਰੈ। ਉਹ ਕਹਿੰਦੇ ਸੀ ਅਸੀਂ ਇਹ ਮੰਤਰ ਪੜ੍ਹ ਕੇ ਦੇਵਤਿਆਂ ਨੂੰ ਖੁਸ਼ ਕਰ ਲੈਂਦੇ ਹਾਂ। ਹਵਨਾਤਿਤ ਰੀਤ ਪਛਾਨਤ ਹੈ। ਹਵਨ ਆਦਿਕ ਕਰਨੇ, ਅੱਗ ਦਾ ਕੁੰਡ ਰਚਨਾ, ਉਹਦੀ ਪੂਜਾ ਕਰਨੀ, ਮੰਤਰ ਪੜ੍ਹਨੇ, ਤੇ ਅਸੀਂ ਦੇਵਤੇ ਧਰਤੀ ਤੇ ਲੈ ਆਉਂਦੇ ਹਾਂ। ਇੱਦਾਂ ਦੇ ਉਹ ਬਿਪਰ ਦਾਅਵੇ ਕਰਦੇ ਸੀ। ਸਭ ਪੂਜਨ ਕੀ ਵਿਦ ਜਾਣਤ ਹੈ। ਸਾਨੂੰ ਵਿਧੀਆਂ ਹੁੰਦੀਆਂ ਵੀ ਕਿਵੇਂ ਪੂਜਾ ਕਰੀਦਾ। ਇੱਦਾਂ ਦੇ ਉਹ ਮਾਣ ਦੇ ਭਰੇ ਹੋਏ ਸਨ। ਪੁਰਗ੍ਰਾਮਨ ਨਵ ਭੇਜ ਦੀਏ। ਮਾਰੇ ਕਹਿਣ ਲੱਗੇ ਸਾਰੇ ਬੁਲਾ ਕੇ ਲਿਆਓ, ਨੇੜੇ ਨੇੜੇ ਜੋ ਹੈਗੇ ਜਿਹੜੇ ਬੜੇ ਬੜੇ ਗੁਣੀ ਗਿਆਨੀ ਨੇ ਨਾ, ਵਿਦਵਾਨ ਨੇ, ਬੜੇ ਦਾਅਵੇ ਕਰਦੇ ਵੀ ਸਾਨੂੰ ਹਵਨ ਕਰਨੇ ਆਉਂਦੇ, ਸਾਨੂੰ ਦੇਵਤੇ ਬੁਲਾਉਣੇ ਆਉਂਦੇ ਆ, ਸਭ ਨੂੰ ਬੁਲਾ ਕੇ ਲਿਆਵੋ। ਨਿਜ ਨੇਰ ਕੇ ਦੂਰੈ ਜਾਣ ਲੀਏ। ਨਿਜ ਨੇਰ ਕੇ ਦੂਰੈ ਜਾਣ ਲੀਏ, ਭਾਵੇਂ ਉਹ ਨੇੜੇ ਸਨ ਦੂਰ ਸਨ, ਸਭ ਨੂੰ ਸੱਦਿਆ। ਸਭ ਕੋ ਬੁਲਵਾਏ ਆਨੰਦਪੁਰੇ। ਸ਼੍ਰੀ ਆਨੰਦਪੁਰ ਸਾਹਿਬ ਬੁਲਾਵੇ ਭੇਜ ਕੇ ਬੁਲਾ ਲਏ। ਬਹੁ ਆਵਤ ਪੇਮੰਡ ਮੇਲ ਕਰੇ। ਬੜਾ ਮੇਲਾ ਲੱਗ ਗਿਆ ਜੀ, ਬਹੁਤ ਸਾਰੇ ਆ ਗਏ ਬਿਪਰ, ਜਿਹੜੇ ਇੱਕ ਤੋਂ ਇੱਕ ਚੜ੍ਹਦੇ ਸੀ ਵੀ ਮੈਨੂੰ ਬੜਾ ਗਿਆਨ ਹੈ, ਮੈਂ ਬੜੇ ਮੰਤਰ ਜਾਣਦਾ, ਮੈਂ ਬਹੁਤ ਸ਼ਾਸਤਰਾਂ ਦਾ ਗਿਆਤਾ। ਵੱਡਾ ਮੇਲਾ ਇਕੱਠਾ ਕਰ ਲਿਆ ਸਤਿਗੁਰੂ ਜੀ ਨੇ। ਇਸ ਤੋਂ ਅੱਗੇ ਕੀ ਹੁੰਦਾ, ਕੱਲ੍ਹ ਨੂੰ ਹਜ਼ੂਰ ਆਪਣੀ ਗੋਦ ਵਿੱਚ ਹਜ਼ੂਰੀ 'ਚ ਬਿਠਾ ਕੇ ਸਾਡੀ ਸੋਝੀ 'ਚ ਪਾਉਣ, ਭੁੱਲਾਂ ਬਖਸ਼ਣੀਆਂ ਜੀ, ਅਸੀਸ ਦੇਣੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅਚੁੱਤ ਹੇ ਪਾਰ ਬ੍ਰਹਮ, ਹੇ ਪੂਰਨ, ਹੇ ਸਰਬ ਮਹਿ, ਜਨ ਗੁਣ ਤਾਸ, ਹੇ ਸੰਗੀ, ਹੇ ਨਿਰੰਕਾਰ, ਹੇ ਨਿਰਗੁਣ ਸਭ ਟੇਕ, ਹੇ ਗੋਬਿੰਦ, ਹੇ ਗੁਣ ਨਿਧਾਨ, ਕੈ ਸਦਾ ਵਿਵੇਕ, ਹੇ ਅਪਰੰਪਰ ਹਰਿ ਹਰੇ, ਹੇ ਸੰਤਾਂ ਕੈ ਸਦਾ ਸੰਗ, ਹੇ ਠਾਕੁਰ ਹਉ ਦਾਸਰੋ, ਨਿਰਗੁਣ ਗੁਣ ਨਹੀਂ ਕੋਏ, ਨਾਨਕ ਦੀਜੈ ਨਾਮਦਾਨ, ਆਏ ਪ੍ਰਭ ਸ਼ਰਨਾਗਤੀ, ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ
ਨਿਹਾਲ। ਏਕ ਅੱਖਰ ਹਰ ਮਨ ਬਸਤ, ਨਾਨਕ ਹੋਤ ਨਿਹਾਲ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਗੁਰ ਜੈਸਾ ਨਾਹੀ ਕੋ ਦੇਵ, ਗੁਰ ਜੈਸਾ ਨਾਹੀ ਕੋ ਦੇਵ। ਜਿਸ ਮਸਤਕ ਭਾਗ ਸੋ ਲਾਗਾ ਸੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਮਸਤਕ ਭਾਗ ਸੋ ਲਾਗਾ ਸੇਵ, ਜਿਸ ਮਸਤਕ ਭਾਗ ਸੋ ਲਾਗਾ ਸੇਵ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।